ਸਤਿ ਸ੍ਰੀ ਅਕਾਲ ਜੀ। ਚੇਤਨ ਭਾਰਤ ਲਰਨਿੰਗ ਵਿੱਚ ਤੁਹਾਡਾ ਸਵਾਗਤ ਹੈ। ਤੁਹਾਨੂੰ ਸਭ ਨੂੰ ਪਤਾ ਲੱਗ ਚੁੱਕਾ ਹੋਗਾ ਹੁਣ ਤੱਕ ਤਾਂ ਕਿ 14 ਦਸੰਬਰ ਨੂੰ ਸੀਨੀਅਰ ਅਸਿਸਟੈਂਟ, ਨਾਇਬ ਤਹਿਸੀਲਦਾਰ, ਟ੍ਰੈਜਰੀ ਅਫਸਰ ਆਦਿ ਦੇ ਪੇਪਰ ਹੋਣ ਵਾਲੇ ਹਨ। ਤਾਂ ਸਾਡਾ ਉਪਰਾਲਾ ਹੈ ਕਿ ਇੱਕ ਪੀਓਆਈਕਿਊ ਦੀ ਸੀਰੀਜ਼ ਦੇ ਰਾਹੀਂ ਬੱਚਿਆਂ ਨੂੰ ਇੰਪੋਰਟੈਂਟ ਕੁਐਸਚਨਸ ਤੇ ਇੰਪੋਰਟੈਂਟ ਟੌਪਿਕਸ ਬਾਰੇ ਜਾਣੂ ਕਰਵਾਇਆ ਜਾਵੇ। ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਸੀਨੀਅਰ ਅਸਿਸਟੈਂਟ ਦੇ ਲਾਸਟ ਜਿਹੜਾ ਪੇਪਰ ਹੋਇਆ ਸੀਗਾ ਉਹਦੇ ਵਿੱਚ ਪੁੱਛੇ ਗਏ ਜੀਕੇ ਦੇ ਕੁਐਸਚਨਸ ਦੇ ਬਾਰੇ ਆਪਾਂ ਡਿਸਕਸ਼ਨ ਕਰਦੇ ਹਾਂ ਤੇ ਇੱਕ ਆ ਵੀ ਦੇਖਾਂਗੇ ਕਿ ਕਿਵੇਂ ਕਿਸ ਲੈਵਲ ਦੇ ਕੁਐਸਚਨ ਪੁੱਛੇ ਗਏ ਆ, ਕਰੰਟ ਵਿੱਚ ਕਿਹੜੀ ਚੀਜ਼ ਪੁੱਛੀ ਗਈ ਹੈ ਤੇ ਕਿਹੜੀ ਹੁਣ ਇੰਪੋਰਟੈਂਟ ਹੋ ਜੂਗੀ, ਸਟੈਟਿਕ ਵਿੱਚ ਕਿਹੜਾ ਟੌਪਿਕ ਪੁੱਛਿਆ ਗਿਆ ਹੈ, ਉਹ ਟੌਪਿਕ ਅੱਜ ਰੈਲੇਵੈਂਟ ਹੈ ਕਿ ਨਹੀਂ ਹੈ, ਕਿੰਨੇ ਇਹਨਾਂ ਕੁਐਸਚਨ ਦੀ ਡਿਫਿਕਲਟੀ ਲੈਵਲ ਸੀ ਤੇ ਕਿਵੇਂ ਆਪਾਂ ਇਹਨਾਂ ਨੂੰ ਟੈਕਲ ਕਰੀਏ, ਇਹ ਸਾਰੀ ਚੀਜ਼ਾਂ ਆਪਾਂ ਇਸ ਵੀਡੀਓ ਵਿੱਚ ਕਵਰ ਕਰਨ ਲੱਗੇ ਹਾਂ। ਲੈਟਸ ਸਟਾਰਟ ਵਿਦ ਦ ਫਰਸਟ ਕੁਐਸਚਨ। Who was appointed as the new chief minister of the state of Chhattisgarh in December 2023? ਦੇਖੋ ਜੀ, ਹੁਣ ਆਹ ਅਗੇਨ ਕਰੰਟ ਨਾਲ ਲਿੰਕ ਹੋ ਕੇ ਆ ਰਿਹਾ। ਕਰੰਟ ਦੇ ਵਿੱਚ ਜਦ ਆਪਾਂ ਕਵਰ ਕਰਦੇ ਹਾਂ, ਕਰੰਟ ਦੇ ਵਿੱਚ ਆਪਾਂ ਨੂੰ ਇੰਪੋਰਟੈਂਟ ਚੀਜ਼ਾਂ ਕੀ ਕਵਰ ਕਰਨੀ, ਆਪਾਂ ਕਵਰ ਕਰਨੀ ਹੁੰਦੀ ਹੈ ਅਪਾਇੰਟਮੈਂਟ। ਅਪਾਇੰਟਮੈਂਟ ਚਾਹੇ ਡੋਮੈਸਟਿਕ ਐਂਡ ਐਜ਼ ਵੈਲ ਐਜ਼ ਇੰਟਰਨੈਸ਼ਨਲ ਅਪਾਇੰਟਮੈਂਟ ਵੀ ਜੇ ਇੰਪੋਰਟੈਂਟ ਹੈ ਤਾਂ ਉਹ ਆਪਾਂ ਨੂੰ ਕਵਰ ਕਰਨੀ ਹੈ। ਠੀਕ ਹੈ ਜੀ, ਤਾਂ ਇਹਦਾ ਰਾਈਟ ਆਂਸਰ ਜਿਹੜਾ ਹੈਗਾ ਵਿਸ਼ਨੂੰ ਦੇਓ ਸਾਈ ਜੀ। ਨੈਕਸਟ ਕੁਐਸਚਨ, ਅੰਗਦ ਵੀਰ ਸਿੰਘ ਬਾਜਵਾ ਐਂਡ ਗਨੇਮਤ ਸੇਖੋਂ is associated with which sports? ਅਗੇਨ ਅ ਬਿਟ ਆਫ ਕਰੰਟ ਜੋ ਨਿਊਜ਼ 'ਚ ਰਿਹਾ ਸੀਗਾ ਉਸ ਟਾਈਮ ਦੇ 2022 ਦੇ ਆਸ-ਪਾਸ ਦੀ ਮੈਂ ਗੱਲ ਕਰਾਂ ਤਾਂ both these personalities are associated with shooting. ਨੈਕਸਟ, ਹੁਣ ਇਹ ਜਿਹੜਾ ਕੁਐਸਚਨ ਹੈ ਪਰਸਨਲ ਡੇਟਾ ਪ੍ਰੋਟੈਕਸ਼ਨ ਬਿੱਲ ਦੇ ਨਾਲ ਸੰਬੰਧਿਤ ਹੈ। ਜਦੋਂ ਇਹ ਇਨੈਕਟਮੈਂਟ ਇਹਦੀ ਆਈ 2023 ਦੇ ਵਿੱਚ ਇਨੈਕਟ ਹੋਇਆ, ਉਸ ਤੋਂ ਪਹਿਲਾਂ ਇਹ ਬਿੱਲ ਦੇ ਤੌਰ ਤੇ ਬਹੁਤ ਵਾਰ ਸਿਲੈਕਸ਼ਨ ਕਮੇਟੀ ਦੇ ਥਰੂ ਘੁੰਮਦਾ ਰਿਹਾ। ਇਨਫੈਕਟ ਬਹੁਤ ਜ਼ਿਆਦਾ ਨਿਊਜ਼ 'ਚ ਰਿਹਾ ਸੀਗਾ। ਤੇ ਹੁਣ ਨਾ ਇਹ ਜਿਹੜਾ ਪੁਆਇੰਟ ਹੈ ਇਹਦਾ ਜਿਹੜਾ ਆਨਸਰ ਹੈਗਾ ਕਿ ਕਿਹਦੀ ਰეკਮੈਂਡੇਸ਼ਨਸ ਤੇ ਇਹ ਬਿੱਲ ਆਇਆ ਸੀਗਾ, ਫਰੇਮ ਕੀਤਾ ਗਿਆ ਸੀਗਾ। ਸਿੰਪਲ ਜਿਹਾ ਆਨਸਰ ਹੈ, ਉਹ ਹੈ ਜੀ ਬੀਐਨ ਸ਼੍ਰੀ ਕ੍ਰਿਸ਼ਨਾ ਕਮੇਟੀ। ਹੁਣ ਨਾ ਇਹ ਜਿਹੜੀ ਪੁਆਇੰਟ ਹੈ ਇਹ ਦੁਬਾਰਾ ਰਿਪੀਟ ਹੋ ਸਕਦਾ ਹੈ। ਇਹ ਦੁਬਾਰਾ ਰਿਪੀਟ ਹੋ ਸਕਦਾ ਜੀ। ਅਗਲੇ ਨੇ ਕੀ ਪੁੱਛਣਾ ਹੈ ਕਿ ਬੀਐਨ ਸ਼੍ਰੀ ਕ੍ਰਿਸ਼ਨ ਕਮੇਟੀ ਨੇ ਕਿਹੜੇ ਕਿਹੜੇ ਬਿਲਸ ਤੇ ਆਪਣੀ ਰეკਮੈਂਡੇਸ਼ਨ ਦਿੱਤੀਆਂ ਹੋਈਆਂ। ਹੁਣ ਇਹ ਕਰੰਟ ਦਾ ਸਵਾਲ ਨਹੀਂ ਰਹਿ ਗਿਆ, ਹੁਣ ਇਹ ਸਟੈਟਿਕ ਦੇ ਨਾਲ ਲਿੰਕ ਹੋ ਚੁੱਕਿਆ। ਉਸ ਟਾਈਮ ਤੇ ਵੀ ਮੈਂ ਕਹਿੰਦਾ ਕਿ ਉਸ ਟਾਈਮ ਤੇ ਵੀ ਭਾਵੇਂ ਤੁਹਾਨੂੰ ਲੱਗ ਰਿਹਾ ਕਿ ਇਹਦੀ ਜਿਹੜੀ ਬੇਸਿਸ ਹੈ, ਇਹਦਾ ਜਿਹੜਾ ਫਾਊਂਡੇਸ਼ਨ ਹੈ ਉਹ ਤੁਹਾਨੂੰ ਕਰੰਟ 'ਚ ਦਿਖ ਰਿਹਾ ਹੋਊਗਾ, ਪਰ ਨਹੀਂ, ਆ ਸਟੈਟਿਕ ਵੀ ਪਾਰਟ ਬਣ ਚੁੱਕਿਆ ਸੀ ਕਿਉਂਕਿ ਕੰਟੈਂਪਰੇਰੀ ਟੌਪਿਕ ਬਣ ਗਿਆ ਸੀਗਾ। ਸਿਰਫ ਕਰੰਟ ਦਾ ਟੌਪਿਕ ਨਹੀਂ ਸੀ। ਕਰੰਟ ਹੁੰਦਾ ਕਿ ਆਪਾਂ ਕਿਸੇ ਟੌਪਿਕ ਨੂੰ ਕਵਰ ਕਰਦੇ ਹਾਂ ਕਿ ਕੋਈ 1 ਸਾਲ 'ਚ ਨਿਊਜ਼ ਰਿਹਾ, ਨਹੀਂ, ਆ ਤਾਂ ਪਿਛਲੇ 3 4 5 ਸਾਲਾਂ ਤੋਂ ਨਿਊਜ਼ 'ਚ ਰਹਿ ਰਿਹਾ ਸੀ ਤਾਂ ਕੰਟੈਂਪਰੇਰੀ ਪਾਰਟ ਹੀ ਬਣ ਚੁੱਕਿਆ ਸੀਗਾ। ਤਾਂ ਇਹ ਤਾਂ ਬਹੁਤ ਈਜ਼ੀ ਕੁਐਸਚਨ ਸੀਗਾ ਜੀ, ਇਹ ਗਲਤ ਨਹੀਂ ਹੋਣਾ ਚਾਹੀਦਾ ਸੀਗਾ। Next, Supreme Court of India declared the right to privacy as fundamental rights in which of the following cases? ਕਿਹੜੇ ਕੇਸਿਸ ਵਿੱਚ ਰਾਈਟ ਟੂ ਪ੍ਰਾਈਵੇਸੀ ਨੂੰ ਇੱਕ ਫੰਡਾਮੈਂਟਲ ਰਾਈਟ ਡਿਕਲੇਅਰ ਕਰ ਦਿੱਤਾ ਗਿਆ ਸੀਗਾ। ਅਗੇਨ ਇਹ ਵੀ ਪਿਛਲੇ 6-7 ਸਾਲ ਨਿਊਜ਼ 'ਚ ਰਿਹਾ ਹੈ। ਅਗੇਨ ਕਰੰਟ ਦਾ ਟੌਪਿਕ ਨਾ ਹੋ ਕੇ ਉਹਨੇ ਕੰਟੈਂਪਰੇਰੀ ਇਸ਼ੂ ਦਾ ਟੌਪਿਕ ਬਣ ਚੁੱਕਿਆ ਹੈ। ਰਾਈਟ ਆਂਸਰ ਇਜ਼ ਜਸਟਿਸ ਕੇ ਐਸ ਪੁੱਟਸਵਾਮੀ ਵਰਸਸ ਯੂਨੀਅਨ ਆਫ ਇੰਡੀਆ। ਵੈਰੀ ਇੰਪੋਰਟੈਂਟ। ਦੇਖੋ, ਫੰਡਾਮੈਂਟਲ ਰਾਈਟਸ ਦੀ ਆਪਾਂ ਗੱਲ ਕਰੀਏ ਤਾਂ ਐਜ਼ ਅ ਟੌਪਿਕ ਵੀ ਪੋਲਿਟੀ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਤੁਹਾਡਾ। ਠੀਕ ਹੈ, ਤਾਂ ਬੱਚੇ ਪੁੱਛਦੇ ਕਿ ਸਰ ਹੁਣ 30 ਦਿਨ ਰਹਿ ਗਏ ਤਾਂ ਹੁਣ ਕੀ ਕਰੀਏ। 30 ਦਿਨਾਂ ਦੇ ਵਿੱਚ ਅਸੀਂ ਕਿਹੜੀ ਚੀਜ਼ ਨੂੰ ਫੜੀਏ, ਕਿਹੜੇ ਨੂੰ ਛੱਡੀਏ, ਤੇ ਆਨਸਰ ਇਸ ਕਿ ਯਾਰ ਜਿਹੜੇ ਲੋ ਹੈਂਗਿੰਗ ਫਰੂਟਸ ਨੇ, ਜਿਹੜੇ ਤੁਸੀਂ ਈਜ਼ੀਲੀ ਕਵਰ ਕਰ ਸਕਦੇ ਹੋ, ਜਿਹੜੀ ਚੀਜ਼ਾਂ ਤੁਸੀਂ ਪਹਿਲਾਂ ਪੜ੍ਹੀਆਂ, ਸਿੰਪਲ ਜੀ ਗੱਲ ਹੈ, ਉਹਨਾਂ ਨੂੰ ਦੁਬਾਰਾ ਪੜ੍ਹੋ। ਨਵੀਂ ਚੀਜ਼ਾਂ ਨਾ ਫੜੋ। ਨਵੀਂ ਚੀਜ਼ਾਂ ਫੜੋਗੇ ਉਹ ਨਾ ਤਾਂ ਤੁਸੀਂ ਪੇਪਰ ਲਈ ਸਟਰੋਂਗ ਹੋ ਪਾਓਗੇ, ਨਾ ਜਿਹੜੀ ਪਹਿਲਾਂ ਤੁਹਾਡੀ ਜਿਹੜੀ ਚੀਜ਼ਾਂ ਸਟਰੋਂਗ ਸੀਗੀਆਂ ਉਹਨੂੰ ਤੁਸੀਂ ਹੋਰ ਸਟਰੋਂਗ ਕਰ ਪਾਓਗੇ। ਤਾਂ ਨਾ ਤਾਂ ਤੁਸੀਂ ਇੱਧਰ ਤੇ ਰਹੋਗੇ ਨਾ ਉੱਧਰ ਤੇ ਰਹੋਗੇ। ਆਪਾਂ ਉਹ ਚੀਜ਼ਾਂ ਫੜਨੀਆਂ, ਉਹ ਪੜ੍ਹਨੀਆਂ ਜਿਹੜੀ ਆਪਾਂ ਪਹਿਲਾਂ ਪੜ੍ਹੀਆਂ ਹੋਈਆਂ ਜੀ, ਆਪਾਂ ਉਹਨਾਂ ਨੂੰ ਰਿਵਾਈਜ਼ ਕਰੀਏ, ਉਹਨਾਂ ਨੂੰ ਪੱਕਾ ਕਰੀਏ। ਫੰਡਾਮੈਂਟਲ ਰਾਈਟਸ ਤੁਸੀਂ ਪੋਲਿਟੀ ਦੇ ਵਿੱਚ ਕਿਸੇ ਵੀ ਸੂਰਤ ਹਾਲ ਵਿੱਚ ਛੱਡ ਕੇ ਨਹੀਂ ਜਾ ਸਕਦੇ। ਇਹ ਲੋ ਹੈਂਗਿੰਗ ਫਰੂਟ ਹੈ। ਤੁਸੀਂ 2 ਘੰਟੇ ਵੀ ਲਾਓਗੇ ਤਾਂ ਤੁਹਾਡਾ ਫੰਡਾਮੈਂਟਲ ਰਾਈਟਸ ਤਿਆਰ ਹੋ ਜਾਣਾ ਪੂਰਾ। ਠੀਕ ਹੈ, ਫਰਜ਼ ਕਰੋ ਕਿ ਕੋਈ ਕਹੇ ਕਿ ਇਕਨੋਮਿਕਸ ਅਸੀਂ ਸ਼ੁਰੂ ਹੀ ਨਹੀਂ ਕੀਤਾ, ਕਿ ਇਕਨੋਮਿਕਸ ਸਾਨੂੰ ਹੁਣ ਸ਼ੁਰੂ ਕਰਨਾ ਚਾਹੀਦਾ, ਤੇ ਆਨਸਰ ਇਜ਼ ਨੋ। ਠੀਕ ਹੈ, ਤੁਹਾਡੀ ਸਿਲੈਕਸ਼ਨ ਸਿਰਫ ਔਰ ਸਿਰਫ ਜੀਕੇ ਦਾ ਪੋਰਸ਼ਨ ਡਿਸਾਈਡ ਨਹੀਂ ਕਰੂਗਾ। ਹਾਲਾਂਕਿ ਇੱਕ ਮੇਜਰ ਸਬਜੈਕਟ ਹੈ, ਮੇਜਰ ਪੋਰਸ਼ਨ ਹੈ, ਬਟ ਬਾਕੀ ਚੀਜ਼ਾਂ ਵੀ ਹੈਗੀਆਂ। ਪੰਜਾਬ ਜੀਕੇ ਵੀ ਹੈਗਾ, ਕੁਆਂਟ ਹੈ, ਰੀਜ਼ਨਿੰਗ ਹੈ, ਇੰਗਲਿਸ਼ ਲੈਂਗੁਏਜ, ਪੰਜਾਬੀ ਲੈਂਗੁਏਜ, ਦੈਨ ਕੰਪਿਊਟਰ ਵੀ ਹੈ। ਤੁਸੀਂ ਉਹਨਾਂ ਤੇ ਫੋਕਸ ਕਰਨਾ ਹੈ।
ਤਾਂ ਜੀਕੇ ਦੇ ਵੀ ਤੁਸੀਂ ਸਪੈਸੀਫਿਕ ਸਬਜੈਕਟ ਦੇ ਪਿੱਛੇ ਨਹੀਂ ਪੈ ਸਕਦੇ ਕਿ ਜੇ ਮੈਂ ਪੜ੍ਹਿਆ ਨਹੀਂ ਹੈਗਾ ਤਾਂ ਮੈਂ ਹੁਣ ਕਵਰ ਕਰ ਦੇਣਾ, ਨਹੀਂ। ਆਹ ਸਟ੍ਰੈਟਜੀ ਸਹੀ ਨਹੀਂ ਹੋਊਗੀ। ਬਟ ਹਾਂ, ਇਹੋ ਜਿਹੇ ਕੁਐਸਚਨ ਜਿਹੜੇ ਆ ਰਹੇ ਹੈ ਇਹ ਗਲਤ ਨਹੀਂ ਹੋਣੇ ਚਾਹੀਦੇ। ਜਿਵੇਂ ਆਹ ਕੁਐਸਚਨ ਬਿਲਕੁਲ ਵੀ ਗਲਤ ਨਹੀਂ ਹੋਣਾ ਚਾਹੀਦਾ ਤੇ ਬਹੁਤ ਸਿੰਪਲ ਕੁਐਸਚਨ ਹੈ ਜੀ। ਨੈਕਸਟ, ਹੂ ਇਜ਼ ਦ ਕਰੰਟ ਪ੍ਰੈਜ਼ੀਡੈਂਟ ਆਫ ਇਜਿਪਟ? ਅਗੇਨ ਜਦੋਂ ਪੇਪਰ ਹੋਇਆ ਸੀ ਉਹਦੀ ਗੱਲ ਕਰ ਰਹੇ ਹਾਂ। ਹੈਵਿੰਗ ਵਨ ਦ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਇਲੈਕਸ਼ਨ ਫॉर द ਥਰਡ ਟਾਈਮ। ਹਾਂਜੀ, ਇਹ ਇਜਿਪਟ ਦੇ ਪ੍ਰੈਜ਼ੀਡੈਂਟ ਦੀ ਗੱਲ ਹੋ ਰਹੀ ਹੈ। ਅਗੇਨ ਅਪਾਇੰਟਮੈਂਟ ਦੀ ਗੱਲ ਹੋ ਰਹੀ ਹੈ। ਤਾਂ ਇਹਦਾ ਆਨਸਰ ਹੈਗਾ ਅਬਦੁਲ ਫਤਾ ਐਲ ਸੀਸੀ। ਇਹ ਦਾ ਰਾਈਟ ਆਨਸਰ। RH13, which was seen in the news, is semi-dwarf gene of which crop? ਉਸ ਟਾਈਮ ਤੇ ਅਗੇਨ 2022 ਤੋਂ ਲੈ ਕੇ 23 ਤੱਕ ਕਾਫੀ ਨਿਊਜ਼ ਰਿਹਾ ਸੀਗਾ ਇਹ ਟੌਪਿਕ, ਠੀਕ ਹੈ। ਤੇ ਉਹਨਾਂ ਨੇ ਰਾਈਟਲੀ ਸੋ ਕਰੰਟ ਦਾ ਇੱਕ ਟੌਪਿਕ ਬਣਾ ਕੇ ਇਹਨੂੰ ਪੁੱਛਿਆ ਵੀ ਹੈ। ਦੀ ਆਨਸਰ ਇਜ਼ ਵੀਟ। ਵੀਟ ਇਹ ਕਰੰਟ ਦਾ ਟੌਪਿਕ ਸੀ। In December 2020, which Indian company secured a contract to deliver 10 Linux U2 fire control systems to the Indian Navy as per the agreement with Indian Defense Ministry? Now, this is a difficult question, to be very honest. ਠੀਕ ਹੈ, ਇੱਕ ਤਾਂ ਇਹਦੀ ਟਾਈਮਲਾਈਨ ਦੇਖੋ ਤੁਸੀਂ, ਦਸੰਬਰ 2020 ਦੀ। ਉਸ ਤੋਂ ਬਾਅਦ ਪੁੱਛ ਕਦੋਂ ਰਹੇ ਹੋ? ਉਸ ਤੋਂ 2-3 ਸਾਲਾਂ ਬਾਅਦ ਤੁਸੀਂ ਪੁੱਛ ਰਹੇ ਹੋ, ਰਾਈਟ। ਤਾਂ ਇਹ ਸਹੀ ਨਹੀਂ ਹੈ। ਮਤਲਬ ਬੇਸਿਕਲੀ ਜੇ ਤੁਸੀਂ ਬੱਚੇ ਦੇ ਪਰਸਪੈਕਟਿਵ ਨਾਲ ਦੇਖੋਗੇ ਤਾਂ ਮੈਂ ਇਸ ਨੂੰ ਇੱਕ ਡਿਫਿਕਲਟ ਕੁਐਸਚਨ ਦੀ ਕੈਟਾਗਰੀ ਵਿੱਚ ਰੱਖਾਂਗਾ। ਤੇ ਤੁਹਾਨੂੰ ਇਹ ਚੀਜ਼ ਨਾ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸਾਰੀ ਚੀਜ਼ਾਂ ਆਉਣੀਆਂ ਚਾਹੀਦੀਆਂ। ਇਹ ਉਹ ਜਿਹਾ ਕੁਐਸਚਨ ਸੀਗਾ ਜੋ ਕਿ ਡਿਫਿਕਲਟ ਸੀਗਾ, ਇਹਨੂੰ ਤੁਸੀਂ ਉਸ ਟਾਈਮ ਤੇ ਛੱਡ ਸਕਦੇ ਸੀਗੇ, ਠੀਕ ਹੈ। ਕਿਉਂਕਿ ਨੈਗੇਟਿਵ ਮਾਰਕਿੰਗ ਜੇ ਆਪਾਂ ਹੁਣ ਲੇਟੈਸਟ ਪੈਟਰਨ ਦੇਖੀਏ ਤਾਂ ਪੇਪਰ ਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਹੈ। ਤਾਂ ਇਹਦਾ ਰਾਈਟ ਆਨਸਰ ਕੀ ਸੀਗਾ ਜੀ? ਭਾਰਤ ਇਲੈਕਟ੍ਰੋਨਿਕਸ ਲਿਮਿਟਿਡ। ਬਿੱਲ ਦੀ ਗੱਲ ਹੋ ਰਹੀ ਹੈ। ਬਿੱਲ ਨੇ ਇੱਕ ਕੰਟਰੈਕਟ ਜਿੱਤਿਆ ਸੀਗਾ ਤੇ ਇੱਕ ਇੰਡੀਜੀਨਸ ਇੱਕ ਵੈਪਨਸ ਬਣਾਉਣ ਦੀ ਗੱਲ ਹੋ ਰਹੀ ਸੀਗੀ ਫॉर ਇੰਡੀਅਨ ਨੇਵੀ, ਰਾਈਟ। ਸੋ BEL D answer. This is the right answer. COP28 was hosted by the government of UAE in 2023. All right. What does COP stands for in the context of climate change? ਸਿੰਪਲ ਕੁਐਸਚਨ ਪੁੱਛਿਆ ਹੈ এনवायरमेंट ਦਾ। ਇਸ ਤੋਂ ਸਿੰਪਲ ਕੁਐਸਚਨ ਹੋ ਨਹੀਂ ਸਕਦਾ ਹੈਗਾ ਜੀ ਕਿ ਸੀਓਪੀ ਦਾ ਮਤਲਬ ਕੀ ਹੈ। ਆਪਾਂ ਕੌਪ ਪੜ੍ਹਦੇ ਰਹਿੰਦੇ ਹਾਂ, ਕੌਪ ਆਪਾਂ 21 ਪੜ੍ਹਦੇ ਹਾਂ, ਪੈਰਿਸ ਕਲਾਈਮੇਟ ਐਗਰੀਮੈਂਟ ਪੜ੍ਹਦੇ ਹਾਂ, ਇਹ ਸਾਰੀਆਂ ਚੀਜ਼ਾਂ ਬਹੁਤ ਵਾਰ ਪੜ੍ਹਦੇ ਹਾਂ। ਸਿੰਪਲ ਕੁਐਸਚਨ ਪੁੱਛਿਆ ਕਿ ਕੌਪ ਦਾ ਮਤਲਬ ਕੀ ਹੈ ਇਨ ਦਾ ਕੰਟੈਕਸਟ ਆਫ ਕਲਾਈਮੇਟ ਚੇਂਜ। ਦੀ ਆਨਸਰ ਇਜ਼ ਕਾਨਫਰੰਸ ਆਫ ਪਾਰਟੀਜ਼, COP, ਕਾਨਫਰੰਸ ਆਫ ਪਾਰਟੀਜ਼। ਅਗਲੇ ਕੁਐਸਚਨ ਵਿੱਚ ਵਧਦੇ ਹਾਂ ਜੀ। In which national parks were 8 African cheetahs translocated from Namibia in the first ever intercontinental ਵਾਈਲਡਲਾਈਫ ਟਰਾਂਸਲੋਕੇਸ਼ਨ? ਹਾਂਜੀ, ਇੰਟਰਕॉन्टिनेंटल ਮਤਲਬ ਦੋ ਕੰਟੀਨੈਂਟਸ ਦੀ ਗੱਲ ਹੋ ਰਹੀ ਹੈ। ਇੱਕ ਅਫਰੀਕਾ ਕੰਟੀਨੈਂਟ ਹੈ, ਦੂਜੇ ਪਾਸੇ ਇੰਡੀਆ, ਆਪਾਂ ਏਸ਼ੀਆ ਦੇ ਕੰਟੀਨੈਂਟ ਦੀ ਗੱਲ ਕਰ ਰਹੇ ਹਾਂ। ਤਾਂ ਉਰੇ ਅਫਰੀਕਨ ਚੀਤਾਸ ਨੂੰ ਲੈ ਕੇ ਆਇਆ ਗਿਆ ਨਮੀਬੀਆ ਤੋਂ, ਇੰਡੀਆ ਲੈ ਕੇ ਆਏ ਸੀਗੇ। ਤੇ ਉਹ ਕਿਹੜੀ ਨੈਸ਼ਨਲ ਪਾਰਕ ਵਿੱਚ ਰੱਖੇ ਗਏ ਸੀਗੇ? ਦੀ ਆਨਸਰ ਇਜ਼ ਕੂਨੋ ਨੈਸ਼ਨਲ ਪਾਰਕ। ਕੂਨੋ ਨੈਸ਼ਨਲ ਪਾਰਕ ਕਿੱਥੇ? ਮੱਧ ਪ੍ਰਦੇਸ਼ ਦੀ ਆਪਾਂ ਗੱਲ ਕਰ ਰਹੇ ਹਾਂ, ਰਾਈਟ। ਤਾਂ ਇਹ ਵੀ ਬਹੁਤ ਬੇਸਿਕ ਕੁਐਸਚਨ ਸੀਗਾ ਜੀ। ਇਹ ਨਿਊਜ਼ ਬਹੁਤ ਰਿਹਾ ਹੈ। ਤਾਂ ਇਹ ਈਜ਼ੀ ਕੈਟਾਗਰੀ ਦੇ ਕੁਐਸਚਨ ਸੀ ਜੋ ਤੁਹਾਨੂੰ ਆਣਾ ਚਾਹੀਦਾ ਸੀਗਾ। ਨੈਕਸਟ, ਓਜ਼ੋਨ ਡਿਪਲੀਸ਼ਨ ਇਜ਼ ਕਾਜ਼ਡ ਬਾਈ ਦ ਇੰਕਰੀਜ਼ ਇਨ ਲੈਵਲ ਆਫ ਵਾਟ? ਓਜ਼ੋਨ ਦੀ ਗੱਲ ਹੋ ਰਹੀ ਹੈ। ਓਜ਼ੋਨ ਹੋਲ ਦਾ ਤੁਸੀਂ ਕੰਸੈਪਟ ਪੜਿਆ ਹੋਣਾ ਜਦ ਤੁਸੀਂ ਤਿਆਰ ਕਰਦੇ ਹੋਣੇ ਆਪਣਾ ਜੀਕੇ ਵਾਲਾ ਪਾਰਟ, এনवायरमेंट ਵਾਲਾ ਪਾਰਟ। ਤਾਂ ਆਪਾਂ ਜੇ ਆਪਾਂ ਜੀਓਗ੍ਰਾਫੀ এনवायरमेंट ਦੀ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਅਰਥ ਦੇ ਐਟਮੋਸਫੇਅਰ ਨੂੰ ਆਪਾਂ ਅਲੱਗ-ਅਲੱਗ ਲੇਅਰਸ ਡਿਵਾਈਡ ਕਰ ਦਿੰਦੇ ਹਾਂ। ਸਭ ਤੋਂ ਥੱਲੇ ਆਪਣਾ ਆ ਗਿਆ ਟ੍ਰੋਪੋਸਫੀਅਰ, ਉਸ ਤੋਂ ਉੱਤੇ ਸਟ੍ਰੇਟੋਸਫੀਅਰ, ਫਿਰ ਮੀਜ਼ੋਸਫੀਅਰ, ਫਿਰ ਆਇਨੋਸਫੀਅਰ ਜਾਂ ਥਰਮੋਸਫੀਅਰ, ਉਸ ਤੋਂ ਬਾਅਦ ਐਗਜ਼ੋਸਫੀਅਰ। ਜਿਹੜਾ ਸਟ੍ਰੇਟੋਸਫੀਅਰ ਹੁੰਦਾ ਹੈ, ਸਟ੍ਰੇਟੋਸਫੀਅਰ ਦੇ ਵਿੱਚ ਕੀ ਹੁੰਦਾ ਹੈ ਜੀ? ਸਟ੍ਰੇਟੋਸਫੀਅਰ ਦੇ ਵਿੱਚ ਤੁਹਾਨੂੰ ਓਜ਼ੋਨ ਦੇ ਮੋਲੀਕਿਊਲਸ ਦਿਖਦੇ ਆ। O3 ਦਾ ਹੋ ਗਿਆ ਫਾਰਮੂਲਾ। ਓਜ਼ੋਨ ਤੁਹਾਨੂੰ ਕਿੱਥੇ ਦਿਖਦਾ ਹੈ? ਸਟ੍ਰੇਟੋਸਫੀਅਰ ਦੇ ਵਿੱਚ ਦਿਖਦਾ ਹੈ ਜੀ। ਹੁਣ ਆਪਾਂ ਜਦੋਂ ਗੱਲ ਕਰਦੇ ਹਾਂ ਓਜ਼ੋਨ ਡਿਪਲੀਸ਼ਨ ਦੀ, ਉਹਦਾ ਮਤਲਬ ਕੀ ਹੈ ਕਿ ਯਾਰ ਓਜ਼ੋਨ ਦੇ ਜਿਹੜੇ ਮੋਲੀਕਿਊਲਸ ਹੈ ਇਹ ਡਿਪਲੀਟ ਹੋ ਰਹੇ ਆ, ਇਹਨਾਂ ਦੀ ਕੁਆਂਟੀਟੀ ਘਟ ਰਹੀ ਹੈ, ਰਾਈਟ। ਉਹਦੇ ਕਰਕੇ ਓਜ਼ੋਨ ਹੋਲ ਬਣਨਾ ਸ਼ੁਰੂ ਹੋ ਗਿਆ। ਓਜ਼ੋਨ ਹੋਲ ਬਣਨਾ ਸ਼ੁਰੂ ਹੋ ਗਿਆ। ਉਹ ਪੁੱਛ ਰਿਹਾ ਕਿ ਓਜ਼ੋਨ ਹੋਲ ਕਿਸ ਕਿਸ ਦੇ ਕਾਰਨ ਬਣਦਾ ਹੈ? ਜੇ ਕਿਸੇ ਦੀ ਚੋਂ ਵਾਟਰ ਵੇਪਰ ਦੀ ਗੱਲ ਕਰੀਏ, ਆਕਸੀਜਨ ਦੀ ਗੱਲ ਕਰੀਏ, CFC ਦੀ ਗੱਲ ਕਰੀਏ, ਕਾਰਬਨ ਮੋਨੋਆਕਸਾਈਡ ਦੀ ਗੱਲ ਕਰੀਏ, ਜੇ ਕੁਆਂਟੀਟੀ ਇਹਨਾਂ ਚੋਂ ਕਿਸੇ ਦੀ ਵੱਧ ਰਹੀ ਹੈ ਤਾਂ ਉਹ ਕਿਹੜਾ ਇਹਨਾਂ ਚੋਂ ਆਪਸ਼ਨ ਹੈ ਜਿਹੜਾ ਓਜ਼ੋਨ ਨੂੰ ਡਿਪਲੀਟ ਕਰੂਗਾ? ਦੀ ਆਨਸਰ ਇਜ਼ C, ਕਲੋਰੋਫਲੋਰੋਕਾਰਬਨ, CFC, ਰਾਈਟ। ਨੈਕਸਟ,
in September 2023, again a current based news, and ਮੈਂ ਮੰਨ ਕੇ ਚੱਲਦਾ ਕਿ ਇਹ ਇੱਕ ਈਜ਼ੀ ਨਿਊਜ਼ ਸੀਗੀ, ਇਹ ਤੁਹਾਨੂੰ ਆਣੀ ਚਾਹੀਦੀ ਸੀਗੀ। Indian Council of Medical Research granted state of Kerala the permission to conduct TrueNet tests in certain hospitals. TrueNet tests are used to detect which infection? TrueNet test ਦੀ ਗੱਲ ਹੋ ਰਹੀ ਹੈ, TrueNet test ਨੂੰ ਪੁੱਛਿਆ ਜਾ ਰਿਹਾ ਹੈ। TrueNet test, ਹਾਂਜੀ, TrueNet test ਜਿਹੜਾ ਹੈਗਾ ਤੁਹਾਡਾ, ਉਹ ਲਿੰਕ ਹੈ with tuberculosis, TB। TB ਨੂੰ ਡਿਟੈਕਟ ਕਰਨ ਵਾਸਤੇ TrueNet ਟੈਸਟ ਯੂਜ਼ ਕੀਤਾ ਜਾਂਦਾ ਹੈ। ਤਾਂ ਇਹ ਇੱਕ ਈਜ਼ੀ ਨਿਊਜ਼ ਸੀ ਜੀ, ਇਹ ਇੱਕ ਰਿਲੇਟਿਵਲੀ ਈਜ਼ੀ ਕੁਐਸਚਨ ਸੀਗਾ ਜੋ ਕਿ ਤੁਹਾਨੂੰ ਆਉਣਾ ਚਾਹੀਦਾ ਸੀਗਾ। ਨੈਕਸਟ, ਹੈਡਕੁਆਟਰਸ ਆਫ WHO, ਅਗੇਨ ਵੈਰੀ ਬੇਸਿਕ ਵੈਰੀ ਸਿੰਪਲ ਕੁਐਸਚਨ, ਕਿਹੜੇ ਸਿਟੀ ਚ ਨੇ? ਜਨੇਵਾ ਇਜ਼ ਦੀ ਰਾਈਟ ਆਂਸਰ। ਰੀਸੈਂਟਲੀ ਵਿਚ ਕੰਪਨੀ ਹੈਜ਼ ਡਿਵੈਲਪਡ ਕਰੂ ਟ੍ਰਿਮ ਦੀ ਗੱਲ ਹੋ ਰਹੀ ਹੈ, ਜਿਹੜਾ ਇੰਡੀਆ ਦਾ ਓਨ AI ਮਲਟੀਲਿੰਗੁਅਲ ਲਾਰਜ ਲੈਂਗੁਏਜ ਮਾਡਲ ਹੈ। AI ਤੇ ਐਤਕੀ ਵੀ ਕੁਐਸਚਨ ਪੁੱਛੇ ਜਾਣਗੇ ਜੀ। AI ਦੀ ਕਿਸੇ ਵੀ ਨਿਊਜ਼ ਨੂੰ ਤੁਸੀਂ ਇਗਨੋਰ ਨਹੀਂ ਕਰਨਾ। ਜਨਰੇਟਿਵ AI ਕੀ ਹੁੰਦਾ, ਨਾਨ ਜਨਰੇਟਿਵ AI ਕੀ ਹੁੰਦਾ, ਆ ਸਾਰੀਆਂ ਚੀਜ਼ਾਂ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ। ਇਸ ਵਾਰ ਵੀ ਮੈਂ ਕਹਿ ਰਿਹਾ ਕਿ ਪੇਪਰ 'ਚੋਂ AI ਤੇ ਕੁਐਸਚਨ ਪੁੱਛਿਆ ਜਾਊਗਾ। ਫਿਲਹਾਲ ਆਪਾਂ ਕਰੂਟ੍ਰਿਮ ਦੀ ਗੱਲ ਕਰਦੇ ਹਾਂ ਕਿ ਕਰੂਟ੍ਰਿਮ, ਹਾਂਜੀ, ਕਿਹੜੀ ਕੰਪਨੀ ਨੇ ਲਾਂਚ ਕੀਤਾ ਸੀਗਾ? ਇਹ ਓਲਾ ਕੰਪਨੀ ਦੇ CEO ਜਿਹੜੇ ਹੈਗੇ ਆ, ਉਹਨਾਂ ਦਾ ਇੱਕ ਬ੍ਰੇਨ ਚਾਈਲਡ ਹੈ ਕਰੂਟ੍ਰਿਮ। ਸੋ ਇਹ ਵੀ ਉਸ ਟਾਈਮ ਤੇ ਨਿਊਜ਼ 'ਚ ਰਿਹਾ ਸੀਗਾ, ਹਾਲਾਂਕਿ ਉਹਨਾਂ ਜ਼ਿਆਦਾ ਪ੍ਰੋਮੀਨੈਂਟ ਨਹੀਂ ਸੀਗਾ ਜਿੰਨਾ ਆਪਾਂ ਟਰੂਨੈਟ ਦੀ ਗੱਲ ਕਰੀਏ, ਬਾਕੀ ਨਿਊਜ਼ ਦੀ ਗੱਲ ਕਰੀਏ, ਬਟ ਹਾਂ ਇਹ ਨਿਊਜ਼ 'ਚ ਸੀਗਾ ਉਸ ਟਾਈਮ ਤੇ। ਇਹ ਆਈ ਵੁੱਡ ਸੇ ਇਟ ਵਾਸ ਮੋਡਰੇਟਲੀ ਡਿਫਿਕਲਟ ਕੁਐਸਚਨ। ਨੈਕਸਟ, ਵਿਚ ਐਡਵਾਂਸ ਟੈਕਨੋਲੋਜੀ ਇਜ਼ ਬੀਇੰਗ ਇੰਪਲੀਮੈਂਟਡ ਫॉर ਡਿਜੀ ਯਾਤਰਾ? ਹਾਂਜੀ, ਜੇ ਤੁਸੀਂ 에ਅਰ ਟਰੈਵਲ ਕਰਦੇ ਹੋ ਤਾਂ ਆਪਾਂ ਹੈਸਲ ਫ੍ਰੀ 에ਅਰ ਟਰੈਵਲ ਦੀ ਗੱਲ ਕਰਦੇ ਆ ਕਿ ਯਾਰ ਕੋਈ ਪੇਪਰ ਵਰਕ ਜ਼ਿਆਦਾ ਨਾ ਹੋਵੇ, ਤੁਹਾਨੂੰ ਇਮੀਗ੍ਰੇਸ਼ਨ ਵਾਸਤੇ ਜਾਂ ਚੈੱਕ ਨਾ ਵਾਸਤੇ ਨਾ ਉੱਥੇ ਖੜਨਾ ਪਵੇ, ਹਨਾ। ਤੇ ਉਹਦੇ ਵਾਸਤੇ ਸਰਕਾਰ ਨੇ ਡਿਜੀ ਯਾਤਰਾ ਪ੍ਰੋਗਰਾਮ ਲਾਂਚ ਕੀਤਾ। ਤੇ ਡਿਜੀ ਯਾਤਰਾ ਪ੍ਰੋਗਰਾਮ ਕੀ ਕਰਦਾ ਹੈ? ਉੱਥੇ ਤੁਹਾਡੀ ਫੇਸ਼ੀਅਲ ਰਿਕਗਨੀਸ਼ਨ ਟੈਕਨੋਲੋਜੀ ਨੂੰ ਯੂਜ਼ ਕੀਤਾ ਜਾਂਦਾ। ਇੱਕ ਐਪ ਤੇ ਤੁਸੀਂ ਪਹਿਲਾਂ ਪ੍ਰੀ ਰਜਿਸਟਰ ਹੁੰਦੇ ਹੋ, ਆਪਣੀ ਬਿਟ ਆਫ ਬਾਇਓਮੈਟ੍ਰਿਕ ਡਿਟੇਲਸ ਉੱਥੇ ਦਿੰਦੇ ਹੋ, ਤਾਂ ਕਰਕੇ ਜਿਹੜਾ 에ਅਰਪੋਰਟ ਤੇ ਐਂਟਰੀ ਦਾ ਰਾਈਟ ਫਰਮ ਐਂਟਰੀ ਟਿਲ ਔਨ ਬੋਰਡਿੰਗ, ਰਾਈਟ, ਤਾਂ ਉਹ ਪੂਰਾ ਜਿਹੜਾ ਪ੍ਰੋਸੈਸ ਹੈ ਨਾ, ਬੜਾ ਹੈਸਲ ਫ੍ਰੀ ਹੋ ਜਾਂਦਾ ਤੁਹਾਡੇ ਵਾਸਤੇ, ਕਿਉਂਕਿ ਤੁਹਾਡੀ ਫੇਸ਼ੀਅਲ ਫੇਸ ਨੂੰ ਹੀ ਰੈਕਗਨਾਈਜ਼ ਕਰਕੇ ਤੁਹਾਡੀ ਇੱਕ ਆਈਡੈਂਟੀਟੀ ਬਣਾ ਲੈਂਦੇ ਹੋ, ਠੀਕ ਹੈ। ਤਾਂ ਹਰ ਇੱਕ ਵਾਰੀ ਤੁਹਾਨੂੰ ਪੇਪਰ ਨਹੀਂ ਦਿਖਾਣੇ ਪੈਂਦੇ। ਤਾਂ ਦੀ ਆਂਸਰ ਇਜ਼ ਇਨ ਦਿਸ ਕੇਸ ਫੇਸ਼ੀਅਲ ਰੈਕਗਨੀਸ਼ਨ ਟੈਕਨੋਲੋਜੀ। ਨੈਕਸਟ, ਹਾਂਜੀ, ਇਹ ਆ ਗਏ ਹੁਣ ਇਕਨੋਮਿਕਸ ਦੇ ਕੁਐਸਚਨ। ਇਕਨੋਮੀ ਦੇ ਕੁਐਸਚਨ ਹੈ ਜੀ। ਇਸ ਵਾਰ ਵੀ ਤੁਸੀਂ ਉਮੀਦ ਕਰਕੇ ਚਲੋ ਕਿ ਤੁਹਾਡੇ ਤੋਂ 3 ਤੋਂ 4 ਕੁਐਸਚਨ ਇਕਨੋਮੀ ਦੇ ਪੁੱਛੇ ਜਾਣਗੇ। ਤੇ ਇਹ ਜਿਹੜੇ ਕੁਐਸਚਨ ਨੇ ਇਹ ਬਿਟ ਕਨਸੈਪਚੁਅਲ ਨੇ। ਤੇ ਜੇ ਤੁਸੀਂ ਇਕਨੋਮੀ ਨਹੀਂ ਪੜ੍ਹੀ, ਤੁਹਾਨੂੰ ਕਨਸੈਪਟ ਨਹੀਂ ਆਉਣਗੇ। ਜੇ ਤੁਸੀਂ ਇਕਨੋਮੀ ਪੜ੍ਹੀ ਹੋਈ ਹੈ ਤਾਂ ਤੁਹਾਨੂੰ ਕਨਸੈਪਟ ਆਉਂਦੇ ਹੋਣਗੇ, ਤਾਂ ਤੁਸੀਂ ਇਹਨੂੰ ਗਲਤ ਨਹੀਂ ਕਰਨ ਵਾਲੇ, ਠੀਕ ਹੈ। ਕਨਸੈਪਟ ਤੇ ਫੋਕਸ ਕਰਨਾ। Statement 1, fiscal deficit is the difference between total expenditure and the sum of revenue receipts and non-debt receipts. अच्छा जी। Statement 2 की कहता है primary deficit is derived by deducting capital expenditure from fiscal deficit. ਦੇਖੋ, ਫਿਸਕਲ ਡੈਫਿਸਿਟ ਦੀ ਗੱਲ ਕਰੀਏ, ਫਿਸਕਲ ਡੈਫਿਸਿਟ ਐਜ਼ ਅ ਕੰਸੈਪਟ ਦੀ ਗੱਲ ਕਰੀਏ ਤਾਂ ਇਹ ਕੀ ਹੈ ਕਿ ਸਰਕਾਰ ਨੇ ਮੰਨ ਲਓ ਇੱਕ ਸਾਲ ਦੇ ਵਿੱਚ, ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ, ਫॉर एग्जांपल ਲੈਟਸ ਸੇ 110 ਰੁਪੀਸ ਖਰਚ ਕਰਦੇ। ਸਰਕਾਰ ਨੇ ਪਲਾਨ ਬਣਾਇਆ ਕਿ ਆਪਾਂ ਇਹਨੇ ਖਰਚ ਕਰਨੇ ਆ, ਐਕਸਪੈਂਡੀਚਰ ਹੈ ਆਪਣਾ। ਪਰ ਸਰਕਾਰ ਦੀ ਆਮਦਨ ਕਿੰਨੀ ਸੀ? ਕਿ ਸਰਕਾਰ ਨੂੰ ਆਣੇ ਕਿੰਨੇ? 100। ਤਾਂ ਹੁਣ ਜੇ 10 ਜਿਹੜਾ ਗੈਪ ਹੈ, ਆਹ ਜਿਹੜਾ 10 ਯੂਨਿਟਸ ਦਾ ਗੈਪ ਹੈ, ਇਹ ਕਿਵੇਂ ਪੂਰਾ ਹੋਊਗਾ? ਯੂ ਹੈਵ ਟੂ ਗੋ ਫॉर ਬੋਰੋਇੰਗ। ਬੋਰੋ ਕਰਨਾ ਪੈਣਾ ਤੁਹਾਨੂੰ। ਤਾਂ ਜਿਹੜਾ ਬੋਰੋਇੰਗ ਵਾਲਾ ਅਮਾਉਂਟ ਹੈ, ਬੋਰੋਇੰਗ ਜਿਹੜਾ ਪਾਰਟ ਹੈ, ਉਹ ਕੀ ਹੈ? ਉਹ ਫਿਸਕਲ ਡੈਫਿਸਿਟ ਹੈ ਜੀ। ਉਹ ਫਿਸਕਲ ਡੈਫਿਸਿਟ ਹੈ। ਹੁਣ ਪੜੋ ਪਹਿਲੀ ਸਟੇਟਮੈਂਟ। ਫਿਸਕਲ ਡੈਫਿਸਿਟ ਇਜ਼ ਦ ਡਿਫਰੈਂਸ ਬਿਟਵੀਨ ਟੋਟਲ ਐਕਸਪੈਂਡੀਚਰ ਐਂਡ ਦ ਸਮ ਆਫ ਰੈਵਨਿਊ ਰਿਸੀਟਸ ਐਂਡ ਨॉन ਡੈਟ ਰਿਸੀਟਸ। ਯਾਨੀ ਕਿ ਜਿਹੜਾ ਬੋਰੋ ਤੁਸੀਂ ਕਰਨਾ ਹੈ, ਉਹ ਬੋਰੋ ਕੀ ਹੈ? ਕਹਿੰਦੇ ਉਹ ਡਿਫਰੈਂਸ ਹੈ ਕਿਹਦਾ? ਜਿਹੜਾ ਇੱਥੋਂ ਸਰਕਾਰ ਨੇ ਐਕਸਪੈਂਡੀਚਰ ਕਰਤਾ ਤੇ ਜੋ ਸਰਕਾਰ ਦੀ ਆਮਦਨ ਹੋ ਰਹੀ ਸੀ, ਉਹਦੇ ਵਿੱਚ ਉਹਨਾਂ ਦੇ ਰੈਵਨਿਊ ਰਿਸੀਟਸ ਵੀ ਆ ਸਕਦੇ ਨੇ, ਜੋ ਨਾਰਮਲ ਉਹਨਾਂ ਨੂੰ ਆ ਰਿਹਾ ਰੈਵਨਿਊ, ਉਸ ਤੋਂ ਇਲਾਵਾ ਨॉन ਡੈਟ ਰਿਸੀਟਸ। ਉਹ ਰਿਸੀਟਸ, ਉਹ ਇਨਕਮਿੰਗ ਜੋ ਕੋਈ
ਡੈਟ ਨਹੀਂ ਕ੍ਰੀਏਟ ਕਰ ਰਹੀ ਸਰਕਾਰ ਦੇ, ਜੋ ਕੋਈ ਡੈਟ ਨਹੀਂ ਕ੍ਰੀਏਟ ਕਰ ਰਹੀ। ਫॉर एग्जांपल ਸਰਕਾਰ ਨੇ ਕੀ ਕੀਤਾ, ਸਰਕਾਰ ਨੇ ਡਿਸਇਨਵੈਸਟਮੈਂਟ ਕਰਤੀ, ਸਰਕਾਰ ਨੇ ਆਪਣੀ ਕੋਈ ਪ੍ਰਾਪਰਟੀ ਵੇਚਤੀ, ਸਰਕਾਰ ਨੇ ਆਪਣੀ ਕੋਈ 에ਅਰਲਾਈਨ ਵੇਚਤੀ, ਉਹਦੇ ਨਾਲ ਵੀ ਪੈਸਾ ਆ ਗਿਆ, ਉਹ ਸਰਕਾਰ ਦੀ ਕੋਈ ਲਾਇਬਿਲਿਟੀ ਨਹੀਂ ਬਣ ਰਹੀ ਹੈਗੀ। ਲਾਇਬਿਲਿਟੀ ਕੀ ਬਣੂਗੀ, ਲਾਇਬਿਲਿਟੀ ਬਣੂਗੀ ਜਿਹੜੀ ਬੋਰੋ ਕਰੂਗੀ ਸਰਕਾਰ, ਜਿਹੜੀ ਬੋਰੋ ਕਰੂਗੀ। ਬੋਰੋ ਆਪਣੇ ਆਪ ਚ ਕੀ ਹੈ, ਫਿਸਕਲ ਡੈਫਿਸਿਟ ਹੀ ਹੈ ਜੀ, ਰਾਈਟ। ਤਾਂ ਫਿਸਕਲ ਡੈਫਿਸਿਟ ਕੀ ਹੈ, ਤੁਹਾਡਾ ਐਕਸਪੈਂਡੀਚਰ ਵਾਲਾ ਪਾਰਟ ਵਰਸਸ ਤੁਹਾਡਾ ਇਨਕਮ ਵਾਲਾ ਪਾਰਟ ਜਾਂ ਇਨਕਮਿੰਗ ਪਾਰਟ। ਸੋ ਸਟੇਟਮੈਂਟ 1 ਇਨ ਦਿਸ ਕੇਸ ਇਜ਼ correct। Statement 2 ਦੀ ਗੱਲ ਕਰੀਏ, primary deficit is derived by deducting capital expenditure from the fiscal deficit। ਦੇਖੋ ਪ੍ਰਾਇਮਰੀ ਡੈਫਿਸਿਟ ਕੀ ਹੁੰਦਾ ਹੈ, ਪ੍ਰਾਇਮਰੀ ਡੈਫਿਸਿਟ ਹੁੰਦਾ ਹੈ ਕਿ ਜਿਹੜਾ ਤੁਹਾਡਾ ਫਿਸਕਲ ਡੈਫਿਸਿਟ ਹੈ ਨਾ, ਉਹਦੇ ਵਿੱਚੋਂ ਜਿਹੜੇ ਤੁਸੀਂ ਪੁਰਾਣੇ ਲੋਨ ਲਿੱਤੇ ਹੋਏ ਆ, ਪੁਰਾਣੀ ਸਰਕਾਰਾਂ ਨੇ ਲੋਨ ਲਿੱਤੇ ਹੋਣ, ਕੁਝ ਹੋਣਗੇ, ਉਹਨਾਂ ਸਰਵਿਸ ਵੀ ਤਾਂ ਕਰਨਾ ਹੈ, ਉਹਦਾ ਤੁਹਾਨੂੰ ਪੇਬੈਕ ਵੀ ਤਾਂ ਕਰਨਾ ਹੈ, ਕੁਝ ਉਹਦਾ ਇੰਟਰਸਟ ਵੀ ਤਾਂ ਦੇਣਾ ਹੈ ਹਨਾ। ਤੁਸੀਂ ਲੋਨ ਲੈਂਦੇ ਹੋ ਤਾਂ ਬੈਂਕ ਨੂੰ ਇੰਟਰਸਟ ਦਿੰਦੇ ਹੋ, ਤਾਂ ਸਿਮਿਲਰਲੀ ਜੇ ਸਰਕਾਰ ਵੀ ਲੋਨ ਲੈ ਰਹੀ ਹੈ, ਬੋਰੋ ਕਰ ਰਹੀ ਹੈ, ਤਾਂ ਉਹ ਇੰਟਰਸਟ ਵੀ ਤਾਂ ਦਊਗੀ। ਤਾਂ ਪ੍ਰਾਇਮਰੀ ਡੈਫਿਸਿਟ ਕੀ ਹੁੰਦਾ ਹੈ, ਪ੍ਰਾਇਮਰੀ ਡੈਫਿਸਿਟ ਹੁੰਦਾ ਕਿ ਫਿਸਕਲ ਡੈਫਿਸਿਟ ਮਾਈਨਸ ਜਿਹੜਾ ਇੰਟਰਸਟ ਪੁਰਾਣੀਆਂ ਬੋਰਿੰਗ ਕਰਕੇ ਹੋਇਆ, ਪ੍ਰੀਵੀਅਸ ਬੋਰਿੰਗਸ ਕਰਕੇ ਜਿਹੜਾ ਇੰਟਰਸਟ ਆ ਰਿਹਾ ਹੈ, ਉਹਨੂੰ ਮਾਈਨਸ ਕਰਨਾ ਤੁਸੀਂ। ਉਸ ਤੋਂ ਬਾਅਦ ਜਿਹੜਾ ਡੈਫਿਸਿਟ ਆ ਰਿਹਾ, ਉਹ ਆ ਰਿਹਾ ਜੀ ਪ੍ਰਾਇਮਰੀ ਡੈਫਿਸਿਟ। ਪ੍ਰਾਇਮਰੀ ਡੈਫਿਸਿਟ ਸਰਕਾਰ ਦੇਖਦੀ ਹੈ ਕਿ ਯਾਰ ਹੁਣ ਅਸੀਂ ਇਸ ਸਾਲ ਕੀ ਕਰਨਾ ਹੈ, ਸਾਨੂੰ ਇਸ ਸਾਲ ਵਾਸਤੇ ਕੀ ਕਰਨਾ ਹੈ, ਸਾਨੂੰ ਇਸ ਸਾਲ ਵਾਸਤੇ ਕਿੰਨਾ ਬੋਰੋ ਕਰਨਾ, ਇੱਕ ਮੈਟ੍ਰਿਕ ਬਣਾ ਲਿਆ। ਉਸ ਤੋਂ ਪਹਿਲਾਂ ਵਾਲਾ ਪਾਰਟ ਜਿਹੜਾ ਸੀਗਾ, ਉਹ ਤਾਂ ਪਿਛਲੀ ਸਰਕਾਰਾਂ ਦਾ ਵੀ ਸੀਗਾ, ਪਿਛਲੇ ਈਅਰ ਸਰਕਾਰ ਰਹੀ ਹੈ ਉਹਦਾ ਵੀ ਸੀਗਾ। ਉਹਨਾਂ ਨੇ ਪਹਿਲਾਂ ਲੋਨ ਲਿੱਤੇ ਹੋਏ ਸੀਗੇ, ਉਹ ਤੁਸੀਂ ਹਰ ਵਾਰ ਸਰਵਿਸ ਕਰਨੇ, ਰਾਈਟ। ਤਾਂ ਫਿਸਕਲ ਡੈਫਿਸਿਟ ਮਾਈਨਸ ਇੰਟਰਸਟ ਫਰੋਮ ਪ੍ਰੀਵੀਅਸ ਬੋਰਿੰਗਸ, ਇਹ ਹੁੰਦਾ ਤੁਹਾਡਾ ਪ੍ਰਾਇਮਰੀ ਡੈਫਿਸਿਟ। ਪੂਰੇ ਸਟੇਟਮੈਂਟ ਲਿਖੇ ਹੋਏ, ਪ੍ਰਾਇਮਰੀ ਡੈਫਿਸਿਟ ਡਿਰਾਈਵਡ ਬਾਈ ਡਿਡਕਟਿੰਗ ਕੈਪੀਟਲ ਐਕਸਪੈਂਡੀਚਰ ਫਰੋਮ ਫਿਸਕਲ ਡੈਫਿਸਿਟ। नो जी नो, बिल्कुल नहीं, दिस स्टेटमेंट इज incorrect। So in this case statement 1 is the only correct option। Next, which of the following is are correct regarding the reverse repo normalization। reverse repo normalization, ਹੁਣ ਦੇਖੋ ਪੜ੍ਹ ਕੇ ਤੁਹਾਨੂੰ ਲੋਗੋ ਪਤਾ ਨਹੀਂ ਕੀ ਪੁੱਛ ਲਿਆ। ਰਿਵਰਸ ਰੇਪੋ ਤੁਸੀਂ ਪੜਿਆ ਹੋਊਗਾ, ਬਟ ਉਰੇ ਤਾਂ ਰਿਵਰਸ ਰੇਪੋ ਨਾਰਮਲਾਈਜੇਸ਼ਨ ਦੀ ਗੱਲ ਹੋ ਰਹੀ ਹੈ। ਹੁਣ ਆਹ ਕੁਐਸਚਨ ਕਿਉਂ ਪੁੱਛਿਆ, ਇਹ ਪੁੱਛਿਆ ਗਿਆ ਸੀਗਾ ਕਿਉਂਕਿ ਕੋਵਿਡ ਤੋਂ ਬਾਅਦ ਜਦੋਂ 2022-23 ਦੀ ਆਪਾਂ ਗੱਲ ਕਰੀਏ, ਤਾਂ ਸਰਕਾਰ ਨਾ ਹੁਣ ਇਨਫਲੇਸ਼ਨ ਕੰਟਰੋਲ ਕਰਨ ਵਾਲੇ ਮੋਡ 'ਚ ਆ ਚੁੱਕੀ ਸੀ। ਗਵਰਨਮੈਂਟ ਇੱਕ ਆਪਣੀ ਮੋਨਿਟਰੀ ਪਾਲਿਸੀ ਦੇ ਥਰੂ, ਫਿਸਕਲ ਪਾਲਿਸੀ ਦੇ ਥਰੂ ਕੁਝ ਇਨਫਲੇਸ਼ਨ ਨੂੰ ਵੀ ਰੋਕਣਾ ਚਾਹ ਰਹੀ ਸੀ ਕਿ ਅੱਜ ਦੇ ਟਾਈਮ ਤੇ ਇਨਫਲੇਸ਼ਨ ਬਹੁਤ ਥੱਲੇ ਆ ਚੁੱਕੀ ਹੈ, ਲੇਕਿਨ ਉਸ ਟਾਈਮ ਤੇ 22-23 ਦੇ ਆਸ-ਪਾਸ ਦੀ ਗੱਲ ਕਰੀਏ ਤਾਂ ਉਦੋਂ ਇਨਫਲੇਸ਼ਨ ਉੱਤੇ ਚੱਲ ਰਹੀ ਸੀ। ਤਾਂ ਸਰਕਾਰ ਨੇ ਰਿਵਰਸ ਰੇਪੋ ਨਾਰਮਲਾਈਜੇਸ਼ਨ ਇੱਕ ਪਾਲਿਸੀ ਨੂੰ ਅਡਾਪਟ ਕਰਨ ਦੇ ਵਿਚਾਰ ਕਰਨਾ ਸ਼ੁਰੂ ਕੀਤਾ। ਸੋ ਇਹ ਨਿਊਜ਼ 'ਚ ਰਿਹਾ ਜੀ। ਤਾਂ ਇਟ ਰੈਫਰਸ ਟੂ ਦੀ ਲੋਅਰਿੰਗ ਆਫ ਰਿਵਰਸ ਰੇਪੋ ਰੇਟ। ਹੁਣ ਮੈਂ ਥੋੜੀ ਦੇਰ ਪਹਿਲਾਂ ਦੱਸਿਆ ਕਿ ਸਰਕਾਰ ਇਨਫਲੇਸ਼ਨ ਨੂੰ ਟੈਕਲ ਕਰਨਾ ਚਾਹੁੰਦੀ ਹੈ। ਰਿਵਰਸ ਰੇਪੋ ਕੀ ਹੁੰਦਾ ਜੀ, ਰਿਵਰਸ ਰੇਪੋ ਕੀ ਮੰਨ ਲਓ ਬੈਂਕ ਕੋਲ ਠੀਕ ਹੈ ਜੀ, ਬੈਂਕ ਦੀ ਗੱਲ ਕਰ ਰਹੇ ਹਾਂ, SBI ਦੀ ਗੱਲ ਕਰ ਰਹੇ ਹਾਂ, PNB ਹੋ ਗਿਆ, HDFC ਹੋ ਗਿਆ, ਇਹਨਾਂ ਦੀ ਬੈਂਕਸ ਦੀ ਗੱਲ ਕਰ ਰਹੇ ਹਾਂ। ਇਹਨਾਂ ਕੋਲ ਸਰਪਲਸ ਕੈਸ਼ ਹੈ, ਮੰਨ ਲਓ ਇਹਨਾਂ ਕੋਲ ਸਰਪਲਸ ਕੈਸ਼ ਹੈ। ਇਹ ਕੀ ਕਰਨਗੇ, ਇਹ ਆਪਣਾ ਸਰਪਲਸ ਕੈਸ਼ ਪਾਰਕ ਕਰ ਦੇਣਗੇ ਕਿੱਥੇ, ਸੈਂਟਰਲ ਬੈਂਕ ਕੋਲ, ਜੋ ਕਿ ਤੁਹਾਡਾ ਹੈਗਾ RBI ਕੋਲ ਪਾਰਕ ਕਰਤਾ। ਬਦਲੇ 'ਚ ਕੁਝ ਇੰਟਰਸਟ ਮਿਲੂਗਾ ਇਸ ਪੈਸੇ ਤੇ, ਯੈਸ, ਉਹ ਕੀ ਹੈ ਜੀ, ਰਿਵਰਸ ਰੇਪੋ। ਸਿੰਪਲ ਜੀ ਗੱਲ ਹੈ, ਜ਼ਿਆਦਾ ਆਪਾਂ ਕੰਪਲਿਕੇਟ ਕਰਨਾ ਹੀ ਨਹੀਂ ਹੈ। ਠੀਕ ਹੈ ਜੀ, ਰਿਵਰਸ ਰੇਪੋ ਕੀ ਹੈ, ਬੈਂਕਸ ਕੋਲ ਸਫੀਸ਼ੀਐਂਟ ਕੈਸ਼ ਪਿਆ ਸੀਗਾ, ਰਾਈਟ, ਸਰਪਲਸ ਸੀਗਾ, ਉਹ ਨਾ ਬੈਂਕਸ ਨੇ ਆਪਣਾ ਪਾਰਕ ਕਰਤਾ ਕਿੱਥੇ, ਸੈਂਟਰਲ ਬੈਂਕ ਕੋਲ। ਤੇ ਸੈਂਟਰਲ ਬੈਂਕ ਬਦਲੇ 'ਚ ਕੋਈ ਇੰਟਰਸਟ ਦੇਊਗਾ, ਹਾਂਜੀ ਬਿਲਕੁਲ, ਉਹ ਹੈ ਰਿਵਰਸ ਰੇਪੋ, ਸਿੰਪਲ। ਹੁਣ ਨਾਰਮਲਾਈਜੇਸ਼ਨ ਦਾ ਮਤਲਬ ਕੀ ਹੈ ਕਿ ਯਾਰ ਹੁਣ ਨਾ ਜਿਹੜਾ ਆਹ ਪਾਰਟ ਹੈ, ਰਿਵਰਸ ਰੇਪੋ ਵਾਲਾ ਜਿਹੜਾ ਪਾਰਟ ਹੈਗਾ, ਇਹਦਾ ਜਿਹੜਾ ਇੰਟਰਸਟ ਹੈ ਉਹ ਵਧੂਗਾ, ਇਹਦਾ ਜਿਹੜਾ ਇੰਟਰਸਟ ਹੈ ਉਹ ਵਧੂਗਾ। ਦਿਸ ਇਜ਼ ਰਿਵਰਸ ਰੇਪੋ ਨਾਰਮਲਾਈਜੇਸ਼ਨ। ਸੈਂਟਰਲ ਗਵਰਨਮੈਂਟ ਜਾਂ ਸਰਕਾਰ ਚਾਹੁੰਦੀ ਹੈ ਕਿ ਆਹ ਰਿਵਰਸ ਰੇਪੋ ਨੂੰ ਆਪਾਂ ਵਧਾਉਣਾ ਸ਼ੁਰੂ ਕਰ ਦਈਏ। ਉਹਦੇ ਨਾਲ ਕੀ ਹੋਊਗਾ, ਜਿਹੜੇ ਆ ਬੈਂਕਸ ਹੈ ਇਹਨਾਂ ਕੋਲ ਇੱਕ ਇਨਸੈਂਟਿਵ ਆ ਜਾਊਗਾ ਕਿ ਆਪਣਾ ਜਿਹੜਾ ਸਰਪਲਸ ਕੈਸ਼ ਹੈ ਆਪਾਂ ਹੁਣ ਫਟਾਫਟ ਸੈਂਟਰਲ ਬੈਂਕ ਕੋਲ ਰੱਖਣਾ ਸ਼ੁਰੂ ਕਰ ਦੇਣੀ, ਕਿਉਂਕਿ ਇੰਟਰਸਟ ਉਰੇ ਜ਼ਿਆਦਾ ਮਿਲ ਰਿਹਾ। ਉਹਦੇ ਨਾਲ ਕੀ ਹੋਊਗਾ, ਉਹਦੇ ਨਾਲ ਜਿਹੜੀ ਐਕਸਟਰਾ ਲਿਕੁਇਡਿਟੀ ਸੀਗੀ, ਐਕਸਟਰਾ ਕੈਸ਼ ਇਹਨਾਂ ਕੋਲ ਸੀਗਾ, ਉਹ ਹੁਣ ਕਿੱਥੇ ਜਾਣਾ ਸ਼ੁਰੂ ਹੋ ਗਿਆ, ਸੈਂਟਰਲ ਬੈਂਕ ਕੋਲ। ਤੇ ਉਰੇ ਕੀ ਹੋਊਗਾ, ਥੱਲੇ ਗਰਾਊਂਡ ਲੈਵਲ ਤੇ ਜਿਹੜੀ ਲਿਕੁਇਡਿਟੀ ਆ ਉਹ ਘਟਣਾ ਸ਼ੁਰੂ ਹੋ ਜੂਗੀ। ਉਹਦੇ ਨਾਲ ਕੀ ਹੋਊਗਾ ਜੀ, ਇਨਫਲੇਸ਼ਨ ਵੀ ਥੱਲੇ ਆਣਾ ਸ਼ੁਰੂ ਹੋ ਜੂਗੀ। ਇਹ ਹੈ ਇਹਦਾ ਪੂਰਾ ਪ੍ਰੋਸੈਸ। ਸੋ ਇਟ ਰੈਫਰਸ ਟੂ ਦੀ ਲੋਅਰਿੰਗ ਆਫ ਰਿਵਰਸ ਰੇਪੋ ਰੇਟ। ਹਾਂਜੀ, ਪਹਿਲੀ ਸਟੇਟਮੈਂਟ ਹੀ ਕਹਿ ਰਹੀ ਹੈ ਲੋਅਰਿੰਗ ਆਫ ਰਿਵਰਸ ਰੇਪੋ ਰੇਟ, ਨਹੀਂ, ਹੁਣੇ ਆਪਾਂ ਕਵਰ ਕੀਤਾ ਇਟ ਰੈਫਰਸ ਟੂ ਦੀ increase in reverse repo rate। तो पहली स्टेटमेंट अपनी इनकरेक्ट होगी।
ਤਾਂ ਜੇ ਆਪਾਂ ਕਰੈਕਟ ਵੀ ਆਪਾਂ ਫੜੀਏ ਤਾਂ ਜੇ ਆਪਾਂ ਪਹਿਲੀ ਨੂੰ ਇਨਕਰੈਕਟ ਕਰਤਾ ਤਾਂ ਵੀ ਆਰ ਲੈਫਟ ਵਿਦ ਸਟੇਟਮੈਂਟ 2 ਐਂਡ 3 ਓਨਲੀ। ਇਹ ਆਪਣੇ ਆਪ ਆਪਣਾ ਆਨਸਰ ਬਣ ਜਾਂਦਾ, ਪਰ ਆਪਾਂ ਫਿਰ ਵੀ ਸਟੇਟਮੈਂਟ 2 ਦੀ ਗੱਲ ਕਰੀਏ। ਦ ਪ੍ਰੋਸੈਸ ਆਫ ਨੋਰਮਲਾਈਜੇਸ਼ਨ ਇਜ਼ ਏਮਡ ਐਟ ਕਰਬਿੰਗ ਇਨਫਲੇਸ਼ਨ, ਆਪਾਂ ਹੁਣੇ ਕਵਰ ਕੀਤਾ ਜੀ, ਬਿਲਕੁਲ ਸਹੀ ਗੱਲ ਹੈ। then it will make it costlier for businesses to borrow fresh loans। ਹਾਂਜੀ, ਜਿਹੜੇ ਤੁਹਾਡੇ ਬਿਜ਼ਨੈਸਿਸ ਨੇ ਹੁਣ, ਕਿਉਂਕਿ ਉਹਦੇ ਲਿਕੁਇਡਿਟੀ ਘਟ ਚੁੱਕੀ ਹੈ। ਹਾਂ ਦੇਖੋ, ਬੈਂਕ ਕੋਲ ਕੀ ਹੈ, ਇਨਸੈਂਟਿਵ ਹੈ ਕਿ ਯਾਰ ਆਰਬੀਆਈ ਕੋਲ ਮੈਂ ਪਹੁੰਚਾ ਦਿੰਦਾ ਪੈਸੇ, ਉੱਥੋਂ ਮੈਨੂੰ ਥੋੜਾ ਜ਼ਿਆਦਾ ਇੰਟਰਸਟ ਮਿਲਣਾ ਸ਼ੁਰੂ ਹੋਊਗਾ, ਤਾਂ ਇਵੈਂਚੁਅਲੀ ਜਿਹੜੇ ਲੋਨ ਉਰੇ ਮਿਲਨੇ ਸੀਗੇ ਦੇ ਵਿਲ ਗੈਟ costlier। ਸੋ ਸਟੇਟਮੈਂਟ 3 ਇਜ਼ ਆਲਸੋ ਕਰੈਕਟ ਇਨ ਦਿਸ ਕੇਸ। ਸੋ ਬੀ ਆਂਸਰ ਤੁਹਾਡਾ ਬਣਦਾ ਜੀ ਰਾਈਟ ਆਂਸਰ। ਇੱਕ ਕਨਸੈਪਚੁਅਲ ਕੁਐਸਚਨ ਸੀਗਾ ਜੀ, ਰਾਈਟ। Next, which of the following can be termed as the components of balance of payments? हाँ जी, balance of payment ਦੀ ਗੱਲ ਕਰ ਰਹੇ ਹਾਂ ਆਪਾਂ, ਇੰਪੋਰਟ ਐਕਸਪੋਰਟ ਵਾਲੇ ਅਕਾਊਂਟ ਦੀ ਗੱਲ ਕਰਨ ਲੱਗੇ ਆਪਾਂ, ਠੀਕ ਹੈ। ਇੰਟਰਨੈਸ਼ਨਲ ਟ੍ਰਾਂਜੈਕਸ਼ਨ ਦੀ ਗੱਲ ਕਰਨ ਲੱਗੇ ਆਪਾਂ, ਇੱਕ ਕੰਟਰੀ ਦੇ ਦੂਜੇ ਕੰਟਰੀ ਨਾਲ ਜਿਹੜੇ ਇਕਨੋਮਿਕ ਰਿਲੇਸ਼ਨਸ ਨੇ ਉਹਨਾਂ ਦੀ ਗੱਲ ਕਰਨ ਲੱਗੇ। ਬੈਲੈਂਸ ਆਫ ਪੇਮੈਂਟ ਦੇ ਕੰਪੋਨੈਂਟਸ ਦੀ ਗੱਲ ਕਰੀਏ ਤਾਂ 4 ਕੰਪੋਨੈਂਟ ਬਣਦੇ ਆ, ਸਿੰਪਲ ਜੀ ਗੱਲ ਹੈ, ਉਹੀ ਇਹਨਾਂ ਨੇ ਪੁੱਛੇ ਸੀਗੇ। ਕਰੰਟ ਅਕਾਊਂਟ, ਕੈਪੀਟਲ ਅਕਾਊਂਟ, ਐਰਰਸ ਐਂਡ ਓਮਿਸ਼ਨਸ। ਹਾਂਜੀ, ਜੇ ਕੋਈ ਐਰਰ ਤੇ ਓਮਿਸ਼ਨ ਬਣ ਗਿਆ ਇਸ ਪੂਰੇ ਐਕਸਰਸਾਈਜ਼ ਦੇ ਵਿੱਚ, ਉਹ ਵੀ ਵਿੱਚ ਆਊਗਾ। ਤੇ ਫੋਰਨ ਐਕਸਚੇਂਜ ਰਿਜ਼ਰਵਸ, ਜੋ ਕਿ ਸੈਂਟਰਲ ਬੈਂਕ ਆਪਣਾ ਮੇਨਟੇਨ ਕਰਕੇ ਰੱਖਦਾ ਹੈ। ਇਹ 4 ਕੰਪੋਨੈਂਟ ਤੁਹਾਡੇ ਬੈਲੈਂਸ ਆਫ ਪੇਮੈਂਟ ਦਾ ਪਾਰਟ ਬਣਦੇ ਆ। ਦ ਆਂਸਰ ਇਜ਼ ਯੈਸ। ਵੈਰੀ ਬੇਸਿਕ ਕੁਐਸਚਨ, ਆ ਬੇਸਿਕ ਕੁਐਸਚਨ ਸੀਗਾ ਜੀ। ਪਿਛਲੇ ਵਾਲਾ ਕਨਸੈਪਚੁਅਲ ਸੀਗਾ, ਟਫ ਸੀਗਾ। ਉਸ ਤੋਂ ਪਿਛਲੇ ਵਾਲਾ ਵੀ ਥੋੜਾ ਤੁਸੀਂ ਦੇਖ ਸਕਦੇ ਹੋ, ਥੋੜਾ ਕਨਸੈਪਚੁਅਲ ਸੀਗਾ, ਬਟ ਇਹ ਤਾਂ ਬਹੁਤ ਬੇਸਿਕ ਕੁਐਸਚਨ ਸੀਗਾ। ਦ ਆਂਸਰ ਇਜ਼ ਡੀ। Next, which of the following statements is are correct regarding नेताजी सुभाष चंद्र बोस? नेताजी ਤੇ ਕੁਐਸਚਨ ਪੁੱਛਿਆ ਗਿਆ। ਹੁਣ ਕਿਉਂਕਿ 2022 ਦੇ ਆਸ-ਪਾਸ ਇੰਡੀਅਨ ਗਵਰਨਮੈਂਟ ਵੀ ਐਕਟਿਵ ਹੋ ਰਹੀ ਸੀ ਵਿਦ ਰਿਸਪੈਕਟ ਟੂ ਨੇਤਾਜੀ, ਤੇ ਇੱਕ ਪੀਆਈਬੀ ਦੇ ਵਿੱਚ ਸਿੰਪਲ ਆਰਟੀਕਲ ਆਇਆ ਸੀਗਾ, ਪ੍ਰੈਸ ਇਨਫੋਰਮੇਸ਼ਨ ਬਿਊਰੋ ਜੋ ਸਰਕਾਰ ਦੀ ਅਫੀਸ਼ੀਅਲ ਨਿਊਜ਼ ਏਜੰਸੀ ਹੈ। ਉਹਨਾਂ ਨੇ ਆਹ ਸਟੇਟਮੈਂਟਸ ਆਪਣੇ ਐਜ਼ ਸੱਚ ਪੀਆਈਬੀ ਚ ਲਿਖੀਆਂ ਹੋਈਆਂ ਸੀਗੀਆਂ, ਤੇ ਇਹ ਐਜ਼ ਸੱਚ ਸਟੇਟਮੈਂਟ ਹੀ ਚੱਕੀਆਂ ਗਈਆਂ। ਕੁਐਸਚਨ ਤੁਹਾਡਾ ਬਣ ਗਿਆ, ਠੀਕ ਹੈ। ਤਾਂ ਕਰੰਟ ਨਾਲ ਲਿੰਕ ਕੀਤਾ ਹੋਇਆ ਸੀਗਾ ਸਟੈਟਿਕ ਦੇ ਪੋਰਸ਼ਨ ਨੂੰ। ਸਿੰਪਲ ਕਹਿ ਰਿਹਾ, ਕਰੰਟ ਨਾਲ ਲਿੰਕ ਕੀਤਾ ਹੋਇਆ ਸਟੈਟਿਕ ਦੇ ਪੋਰਸ਼ਨ ਨੂੰ ਕੀਤਾ ਹੋਇਆ। ਤਾਂ ਨੇਤਾਜੀ ਐਕਟਿਵਲੀ ਪਾਰਟਿਸਿਪੇਟਡ ਇਨ ਦੀ ਸਾਲਟ ਸੱਤਿਆਗ੍ਰਹਿ ਆਫ 1930। ਦੀ ਆਂਸਰ ਇਜ਼ ਯੈਸ, ਬਿਲਕੁਲ ਸਹੀ ਗੱਲ ਹੈ ਜੀ। ਸੈਕਿੰਡ, ਹੀ ਵੈਹੇਮੈਂਟਲੀ ਅਪੋਜ਼ਡ, ਵੈਹੇਮੈਂਟਲੀ ਮਤਲਬ ਹੋਲ ਹਾਰਟੇਡਲੀ ਇਹਨਾਂ ਨੇ ਕਿਹਾ ਕਿ ਮੈਂ ਅਪੋਜ਼ ਕਰ ਰਿਹਾ ਗਾਂਧੀ ਇਰਵਿਨ ਪੈਕਟ ਨੂੰ। ਜਦੋਂ ਸੀਡੀਐਮ ਚੱਲ ਰਿਹਾ ਸੀਗਾ, ਸਿਵਲ ਡਿਸਓਬੀਡੀਐਂਸ ਮੂਵਮੈਂਟ ਚੱਲ ਰਿਹਾ ਸੀਗਾ, ਤਾਂ ਸੈਕਿੰਡ ਰਾਉਂਡ ਟੇਬਲ ਕਾਨਫਰੰਸ ਹੋਣੀ ਸੀਗੀ ਜੀ। ਸੈਕਿੰਡ ਰਾਉਂਡ ਟੇਬਲ ਕਾਨਫਰੰਸ ਹੋਣੀ ਸੀਗੀ ਇੰਗਲੈਂਡ ਦੇ ਵਿੱਚ। ਉਹ ਤੋਂ ਪਹਿਲਾਂ ਫਸਟ ਰਾਉਂਡ ਟੇਬਲ ਕਾਨਫਰੰਸ ਹੋ ਚੁੱਕੀ ਸੀ, ਤੇ ਇੰਡੀਆ ਵੱਲੋਂ ਮੇਜਰ ਪਾਰਟਿਸਿਪੇਸ਼ਨ ਗਈ ਨਹੀਂ। ਇੰਡੀਅਨ ਨੈਸ਼ਨਲ ਕਾਂਗਰਸ ਨੇ ਪਾਰਟਿਸਿਪੇਟ ਕਰਨ ਨੂੰ ਮਨਾ ਕਰਤਾ, ਤੇ ਬ੍ਰਿਟਿਸ਼ਰਸ ਵਰ ਕੀਨ ਕਿ ਯਾਰ ਹੁਣ ਆਪਾਂ ਗਾਂਧੀ ਜੀ ਨੂੰ ਲੈ ਕੇ ਆਈਏ ਟੇਬਲ ਤੇ, ਜਾਂ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਵੀ ਟੇਬਲ ਤੇ ਲੈ ਕੇ ਆਈਏ। ਤਾਂ ਉਹਨਾਂ ਨੇ ਇੱਕ ਆਫਰ ਦਿੱਤਾ ਸੀਗਾ, ਉਹਦੇ ਤਹਿਤ ਕੁਝ ਕੰਪਰੋਮਾਈਜ਼ ਹੋਏ ਸੀਗੇ, ਤੇ ਸੈਕਿੰਡ ਰਾਉਂਡ ਟੇਬਲ ਕਾਨਫਰੰਸ ਵਾਸਤੇ ਗਾਂਧੀ ਜੀ ਸੈਡ ਯੈਸ, ਤੇ ਉਹਨਾਂ ਨੇ ਆਈਐਨਸੀ ਨੂੰ ਉੱਥੇ ਰਿਪਰੈਜ਼ੈਂਟ ਕੀਤਾ ਸੀਗਾ, ਇੰਡੀਅਨ ਨੈਸ਼ਨਲ ਕਾਂਗਰਸ ਨੂੰ। ਬਟ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਰੇ ਜਿਹੜੇ ਲੀਡਰ ਸੀਗੇ ਉਸ ਟਾਈਮ ਤੇ, ਉਹ ਇਸ ਚੀਜ਼ ਨਾਲ ਅਗਰੀ ਨਹੀਂ ਕਰ ਰਹੇ ਸੀ। ਉਹ ਕਹਿੰਦੇ ਕਿ ਇੱਕ ਵਾਰ ਜਦ ਮੂਵਮੈਂਟ ਚੱਲ ਗਈ ਤਾਂ ਫਿਰ ਵਿਚਾਲੇ ਉਹਨੂੰ ਕਿਉਂ ਰੋਕਣਾ। ਤਾਂ ਆਪਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਵੀ ਗੱਲ ਕਰੀਏ ਤਾਂ ਉਹ ਵੀ ਇਸੇ ਵੀ ਉਹਨੂੰ ਸਪੋਰਟ ਕਰਦੇ ਸੀ ਕਿ ਇੱਕ ਵਾਰ ਮੂਵਮੈਂਟ ਚੱਲ ਰਹੀ ਹੈ, ਹੁਣ ਮੋਮੈਂਟਮ ਬਣ ਚੁੱਕਿਆ, ਹੁਣ ਤੁਸੀਂ ਇਹਨੂੰ ਨਾ ਰੋਕੋ। ਤਾਂ ਹੀ ਅਪੋਜ਼ ਦ ਸਾਈਨਿੰਗ ਆਫ ਗਾਂਧੀ ਇਰਵਿਨ ਪੈਕਟ ਇਨ 1931। ਦੀ ਆਂਸਰ ਇਜ਼ ਯੈਸ, ਹੀ ਅਪੋਜ਼ਡ ਦੈਟ। Then comes the statement number 3. Forward was the name of the newspaper started by the Netaji। ਹੁਣ ਆਹ ਜਿਹੜਾ ਸਟੇਟਮੈਂਟ ਹੈ ਨਾ, ਇਹ ਬੜਾ ਟ੍ਰਿਕੀ ਸਟੇਟਮੈਂਟ ਹੈ। ਫਾਰਵਰਡ ਨਿਊਜ਼ਪੇਪਰ ਸੀਗਾ ਕਿਹਨਾਂ ਦਾ ਸੀਗਾ? ਸੀਆਰ ਦਾਸ ਦਾ ਸੀਗਾ, ਜੋ ਕਿਹਨਾਂ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਗੁਰੂ ਸੀਗੇ। ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਤੇ ਫਾਰਵਰਡ ਨੂੰ ਅੱਗੇ ਲਿਖਾਉਣ ਲੈ ਕੇ ਗਏ ਸੀਗੇ ਨੇਤਾ ਜੀ ਸੁਭਾਸ਼ ਚੰਦਰ ਬੋਸ ਲੈ ਕੇ ਗਏ ਸੀਗੇ, ਪਰ ਉਹਨਾਂ ਨੇ ਫਾਊਂਡ ਨਹੀਂ ਕੀਤਾ ਸੀਗਾ, ਸਟਾਰਟ ਨਹੀਂ ਕੀਤਾ ਸੀਗਾ। ਸਟਾਰਟ ਦਾਸ ਸਾਹਿਬ ਨੇ ਕੀਤਾ ਸੀ। ਤਾਂ ਸਟੇਟਮੈਂਟ ਜਿਹੜੀ 3 ਹੈ ਉਹ ਹੈਗੀ ਹੈ ਇਨਕਰੈਕਟ। ਵੀ ਹੈਵ 1 ਐਂਡ 2 ਐਜ਼ ਦ ਰਾਈਟ ਆਂਸਰ ਇਨ ਦਿਸ ਕੇਸ। ਨੈਕਸਟ, which of the following are statutory bodies? statutory bodies से क्वेश्चन पूछा गया, बेसिक का क्वेश्चन पूछा गया। statutory मतलब कि यार ਉਹ ਕਿਸੇ ਐਕਟ ਦੇ ਤਹਿਤ ਬਣਾਏ ਗਏ, ਉਹ ਕਿਸੇ ਲਾਅ ਦੇ ਤਹਿਤ ਬਣਾਈ ਗਈਆਂ ਬੋਡੀਜ਼, ਠੀਕ ਹੈ। ਨਾਨ ਸਟੈਟੂਟਰੀ ਦੋ ਟਾਈਪ ਦੀ ਹੁੰਦੀ ਹੈ, ਕਿ ਇੱਕ ਤਾਂ ਸਰਕਾਰ ਨੇ ਕੀ ਕੀਤਾ, ਆਪਣੇ ਐਗਜ਼ੀਕਿਊਟਿਵ ਰੈਜ਼ੋਲੂਸ਼ਨ ਨਾਲ ਉਹਨੂੰ ਬਣਾਤਾ, ਠੀਕ ਹੈ। ਦੂਜਾ ਹੋ ਗਿਆ ਤੁਹਾਡਾ ਕਿ ਸਰਕਾਰ ਨੇ ਕਨਸਟੀਟਿਊਸ਼ਨ ਦੇ ਰਾਹੀਂ ਉਹਨਾਂ ਨੂੰ ਬਣਾਇਆ ਹੋਇਆ। ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਹੈ
ਕਿ ਹਾਂ ਯਾਰ ਇਹ ਚੀਜ਼ਾਂ ਇਹ ਬੋਡੀਜ਼ ਐਵੇਂ ਹੋਣਗੀਆਂ। ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਨਸਟੀਟਿਊਸ਼ਨ ਦੀ ਗੱਲ ਕਰੀਏ, ਕਨਸਟੀਟਿਊਸ਼ਨਲ ਬੋਡੀਜ਼ ਦੀ ਗੱਲ ਕਰੀਏ, ਕਨਸਟੀਟਿਊਸ਼ਨਲ ਬੋਡੀਜ਼ ਕਿਹੜੀ ਹੁੰਦੀ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨਡ ਹੈ। ਤੁਸੀਂ ਇੰਡੀਆ ਦਾ ਸੰਵਿਧਾਨ ਖੋਲ ਕੇ ਦੇਖੋਗੇ ਤਾਂ ਤੁਹਾਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉੱਥੇ ਐਜ਼ ਅ ਬੋਡੀ ਦਿਖੂਗੀ ਜਿਨ੍ਹਾਂ ਦਾ ਕੰਮ ਹੈ ਇਲੈਕਸ਼ਨ ਨੂੰ ਕੰਡਕਟ ਕਰਾਉਣਾ। ਸਿਮਿਲਰਲੀ ਤੁਹਾਨੂੰ ਯੂਪੀਐਸਸੀ ਐਜ਼ ਅ ਬੋਡੀ ਦੇਖਣ ਨੂੰ ਮਿਲੂਗੀ ਜਿਨ੍ਹਾਂ ਦਾ ਕੰਮ ਹੈ ਰਿਕਰੂਟਮੈਂਟ ਵਾਸਤੇ, ਠੀਕ ਹੈ, ਪਾਲਿਸੀਜ਼ ਬਣਾਉਣਾ, ਸਭ ਕੁਝ ਕਰਨਾ। ਤਾਂ ਇਹ ਕਨਸਟੀਟਿਊਸ਼ਨਲ ਬੋਡੀਜ਼ ਹੈ, ਇੰਡੀਆ ਦੇ ਕਨਸਟੀਟਿਊਸ਼ਨ ਨੇ ਬਣਾਇਆ। ਯੂ ਡੋਂਟ ਨੀਡ ਐਨੀ ਲਾਅ ਔਰ ਐਕਟ ਫॉर ਦਿਸ ਬੋਡੀਜ਼, ਇਹ ਕਨਸਟੀਟਿਊਸ਼ਨ ਨਹੀਂ ਬਣਾਤੀਆਂ। ਇਸ ਤੋਂ ਇਲਾਵਾ ਤੁਹਾਨੂੰ ਸੇਬੀ ਵਾਸਤੇ ਇੱਕ ਲਾਅ ਚਾਹੀਦਾ ਹੈ। ਯੈਸ, ਸੇਬੀ ਕੀ ਹੈ? ਤੁਹਾਡੀ ਜਿਹੜੀ ਇੱਕ ਆਪਣਾ ਸਟਾਕ ਮਾਰਕੀਟ ਹੈ ਉਹਨੂੰ ਰੈਗੂਲੇਟ ਕਰਦੀ ਹੈ, ਬ੍ਰੌਡਰ ਰੈਗੂਲੇਸ਼ਨ ਕਰਦੀ ਹੈ ਸੇਬੀ, ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਫਿਰ ਆਪਾਂ ਗੱਲ ਕਰੀਏ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੀ, ਅਗੇਨ ਇਹਨੂੰ ਵੀ ਤੁਸੀਂ ਇੱਕ ਐਕਟ ਦੇ ਤਹਿਤ ਬਣਾਇਆ ਸੀਗਾ। ਤਾਂ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਕ੍ਰਾਸ ਕਰਤਾ, ਇੱਥੋਂ ਆਪਾਂ ਯੂਪੀਐਸਸੀ ਨੂੰ ਕ੍ਰਾਸ ਕਰਤਾ, ਆਪਾਂ ਐਲੀਮੀਨੇਸ਼ਨ ਵਾਸਤੇ ਜਾ ਰਹੇ ਹਾਂ। ਦ ਮੋਮੈਂਟ ਵੀ ਕ੍ਰਾਸ 3 ਐਂਡ 4 ਆਪਣੇ ਕੋਲ ਕੀ ਬਚਦਾ ਜੀ ਫਿਰ ਪਿੱਛੇ? 1 2 ਐਂਡ 5, 1 2 ਐਂਡ 5 ਦੀ ਆਪਾਂ ਗੱਲ ਕਰਨ ਲੱਗੇ ਆ, ਇਹ ਬਚ ਜਾਂਦਾ ਹੈ। 3 ਤੇ 4 ਆਪਾਂ ਕ੍ਰਾਸ ਕੀਤਾ ਹੈ, ਆਪਾਂ ਐਲੀਮੀਨੇਟ ਕੀਤਾ, ਤਾਂ ਦ ਰਾਈਟ ਆਨਸਰ ਇਜ਼ ਇਨ ਦਿਸ ਕੇਸ ਇਜ਼ 1 2 ਐਂਡ 5, ਰਾਈਟ। ਨੈਕਸਟ, ਮਾਡਰਨ ਹਿਸਟਰੀ ਨਾਲ ਸਵਾਲ ਸੰਬੰਧਿਤ ਹੈ ਜੀ, ਇਹ ਬੇਸਿਕ ਕੁਐਸਚਨ ਸੀਗਾ, ਪੂਨਾ ਪੈਕਟ ਤੇ ਪੁੱਛਿਆ ਗਿਆ। Statement 1 says in September 1932 he negotiated, ਗਾਂਧੀ ਜੀ ਦੀ ਗੱਲ ਹੋ ਰਹੀ ਹੈ, the Pune Pact with ਮੁਹੰਮਦ ਅਲੀ ਜਿਨਾ। 1932 ਦੇ ਵਿੱਚ ਪੂਨਾ ਪੈਕਟ ਜਿਹੜਾ ਹੋਇਆ ਸੀਗਾ ਪੂਨੇ ਦੇ ਯੇਰਾਵੜਾ ਜੇਲ੍ਹ ਦੇ ਵਿੱਚ ਹੋਇਆ ਸੀਗਾ। ਉਹ ਸਮਝੌਤਾ ਹੋਇਆ ਸੀਗਾ ਗਾਂਧੀ ਜੀ ਤੇ ਬੀ ਆਰ ਅੰਬੇਡਕਰ ਦੇ ਵਿਚਾਲੇ, ਕਿਉਂਕਿ ਬੀ ਆਰ ਅੰਬੇਡਕਰ ਜੋ ਦਲਿਤਸ ਨੇ ਉਹਨਾਂ ਵਾਸਤੇ ਸੈਪਰੇਟ ਇਲੈਕਟੋਰੇਟ ਦੀ ਮੰਗ ਕਰ ਰਹੇ ਸੀਗੇ। ਗਾਂਧੀ ਜੀ ਉਸ ਗੱਲ ਤੇ ਅੜ ਗਏ ਸੀਗੇ ਕਿ ਹੁਣ ਮੈਂ ਸੈਪਰੇਟ ਇਲੈਕਟੋਰੇਟਸ ਹੋਰ ਨਹੀਂ ਹੋਣ ਦੇਣੇ ਇਸ ਕੰਟਰੀ ਦੇ ਵਿੱਚ, ਇੰਡੀਆ ਦੇ ਵਿੱਚ। ਮੈਂ ਐਟ ਦੀ ਐਂਡ ਤੁਹਾਨੂੰ ਜ਼ਿਆਦਾ ਰਿਪਰੈਜ਼ੈਂਟੇਸ਼ਨ ਦੇਣ ਦੀ ਗੱਲ ਕਰੂੰਗਾ, ਰਿਜ਼ਰਵਡ ਸੀਟਸ ਵੱਧ ਜਾਣੀ ਚਾਹੀਦੀ ਹੈ। ਉਹੀ ਇਸ ਪੂਨਾ ਪੈਕਟ ਦਾ ਨਤੀਜਾ ਬਣਿਆ ਸੀ। ਮੁਹੰਮਦ ਅਲੀ ਜਿਨਾ ਦੇ ਨਾਲ ਉਹਦਾ ਕੋਈ ਵੀ ਲੈਣਾ ਦੇਣਾ ਨਹੀਂ ਸੀਗਾ। ਸਟੇਟਮੈਂਟ 1 ਇਜ਼ ਇਨਕਰੈਕਟ। ਨਾਓ ਕਮਸ ਦੀ ਸਟੇਟਮੈਂਟ 2 ਵਿਚ ਇਜ਼ ਅ ਬਿਟ ਟ੍ਰਿਕੀ, ਤੇ ਇਹ ਨਾਰਮਲ ਸੋਰਸਸ ਦੇ ਵਿੱਚ ਕਵਰ ਨਹੀਂ ਹੁੰਦੀ, ਤਾਂ ਕਰਕੇ ਮੈਂ ਇਸ ਕੁਐਸਚਨ ਨੂੰ ਡਿਫਿਕਲਟ ਕੈਟਾਗਰੀ ਵਿੱਚ ਰੱਖੂੰਗਾ। ਹੀ ਐਸਟੈਬਲਿਸ਼ਡ ਦ ਹਿੰਦੁਸਤਾਨੀ ਪ੍ਰਚਾਰ ਸਭਾ ਇਨ 1942 ਇਨ ਮਹਾਰਾਸ਼ਟਰ। ਗਾਂਧੀ ਜੀ ਦੀ ਗੱਲ ਹੋ ਰਹੀ ਹੈ, ਇਹ ਫੈਕਚੁਅਲੀ ਜੋ ਸਟੇਟਮੈਂਟ ਹੈਗੀ ਹੈ ਉਹ ਸਹੀ ਹੈ ਜੀ। ਦਕਸ਼ਿਣ ਭਾਰਤ ਜਾਂ ਹਿੰਦੁਸਤਾਨ ਪ੍ਰਚਾਰ ਸਭਾ ਇਹਨਾਂ ਨੇ 1942 ਦੇ ਵਿੱਚ ਚਲਾਈ ਸੀਗੀ, ਤਾਂ ਇਹ ਆਨਸਰ ਫੈਕਚੁਅਲੀ ਸਹੀ ਹੈ। ਦੈਨ ਹੀ ਰੋਟ ਦ ਬੁੱਕ ਹਿੰਦ ਸਵਰਾਜ ਜਾਂ ਫਿਰ ਇੰਡੀਅਨ ਹੋਮ ਰੂਲ। ਹਿੰਦ ਸਵਰਾਜ ਦੀ ਗੱਲ ਕੀਤੀ ਸੀ ਗਾਂਧੀ ਜੀ ਨੇ, ਬਿਲਕੁਲ ਕੀਤੀ ਸੀ ਜੀ। ਸਵਰਾਜ ਜਿਹੜਾ ਇਹਨਾਂ ਦਾ ਆਈਡੀਆ ਸੀਗਾ, ਤੁਸੀਂ ਕਦੇ ਪੜ੍ਹੇ ਹੋ, ਗਾਂਧੀ ਜੀ ਦਾ ਜਿਹੜਾ ਸਵਰਾਜ ਦਾ ਆਈਡੀਆ ਸੀਗਾ ਉਹ ਬਹੁਤ ਹੀ ਇੱਕ ਬ੍ਰੌਡ ਆਈਡੀਆ ਸੀਗਾ। ਸਵਰਾਜ ਸਿਰਫ ਉਹ ਪੋਲੀਟੀਕਲੀ ਨਹੀਂ ਮੰਗ ਕਰਦੇ ਸੀਗੇ, ਉਹ ਇੱਕ ਇੰਡੀਵਿਜੂਅਲ ਲੈਵਲ ਤੇ ਵੀ ਸਵਰਾਜ ਦੀ ਮੰਗ ਕਰਦੇ ਸੀਗੇ। ਉਹ ਕਹਿੰਦੇ ਸੀਗੇ ਕਿ ਸਵਰਾਜ ਦਾ ਮਤਲਬ ਕੀ ਹੈ? ਸਵਰਾਜ ਦਾ ਮਤਲਬ ਹੈ ਕਿ ਤੁਸੀਂ ਨਾ ਕਿਸੇ ਹੋਰ ਤੇ ਡਿਪੈਂਡੈਂਟ ਨਹੀਂ ਹੋ, ਰਾਈਟ। ਤਾਂ ਇੰਡੀਵਿਜੂਅਲ ਲੈਵਲ ਤੇ ਵੀ ਤੁਸੀਂ ਕਿਸੇ ਹੋਰ ਤੇ ਡਿਪੈਂਡੈਂਟ ਨਹੀਂ ਹੋ, ਤੁਸੀਂ ਇੰਨਾ ਆਪਣੇ ਆਪ ਨੂੰ ਸੈਲਫ ਰੈਗੂਲੇਟ ਕਰ ਪਾਉਂਦੇ ਹੋ, ਯੂ ਆਰ ਅ ਸੈਲਫ ਰੈਗੂਲੇਟਡ ਪਰਸਨ। ਦੈਨ ਪੋਲੀਟੀਕਲ ਡੋਮੇਨ ਦੇ ਵਿੱਚ ਤਾਂ ਕਹਿ ਹੀ ਰਹੇ ਸੀਗੇ ਕਿ ਹਾਂ ਇੰਡੀਆ ਇੱਕ ਸਵਰਾਜ ਆਪਣੇ ਆਪ ਬਣਨਾ ਚਾਹਵੇ, ਹੋਣਾ ਚਾਹੀਦਾ, ਕੋਈ ਹੋਰ ਕੰਟਰੀ ਡਿਸਾਈਡ ਨਾ ਕਰੇ ਇੰਡੀਆ ਦੀ ਪਾਲਿਸੀਜ਼ ਨੂੰ। ਸੋ ਸਟੇਟਮੈਂਟ 3 ਇਜ਼ ਕਰੈਕਟ ਇਨ ਦਿਸ ਕੇਸ ਐਂਡ ਸਟੇਟਮੈਂਟ 2 ਇਜ਼ ਆਲਸੋ ਕਰੈਕਟ। ਸੋ ਵੀ ਹੈਵ option B as the right answer, 2 and 3 only. Next, who among the following was the founder of Abhinav Bharat Society? Abhinav Bharat Society ਦੀ ਗੱਲ ਹੋ ਰਹੀ ਹੈ, ਬੇਸਿਕ ਕੁਐਸਚਨ ਸੀਗਾ, I would say easy to medium category ਦਾ ਸੀਗਾ ਜੀ। The answer is ਵਿਨਾਇਕ दामोदर ਸਾਵਰਕਰ। VD ਸਾਵਰਕਰ ਨੇ ਅਭਿਨਵ ਭਾਰਤ ਸੁਸਾਇਟੀ ਬਣਾਈ ਸੀਗੀ। ਇਹ ਰੈਵੋਲੂਸ਼ਨਰੀ ਮੂਵਮੈਂਟਸ ਦੇ ਨਾਲ ਜਿਹੜਾ ਹੋਇਆ ਸਵਾਲ ਹੈ। ਤੇ ਮਾਡਰਨ ਹਿਸਟਰੀ ਵਿੱਚ ਇਸ ਵਾਰ ਵੀ ਤੁਸੀਂ ਐਕਸਪੈਕਟ ਕਰੋ ਕਿ ਤੁਹਾਨੂੰ ਬ੍ਰੌਡਰ ਜਿਹੜੀ ਥੀਮਸ ਆਣਗੀਆਂ, ਐਨਸੀਐਮ ਤੁਹਾਨੂੰ ਪਤਾ ਹੋਣਾ ਚਾਹੀਦਾ, ਨਾਨ ਕਾਰਪੋਰੇਸ਼ਨ ਮੂਵਮੈਂਟ ਬਾਰੇ ਪੜੋ, ਸਿਵਲ ਡਿਸਓਬੀਡੀਐਂਸ ਮੂਵਮੈਂਟ ਬਾਰੇ ਪੜੋ, ਰੈਵੋਲੂਸ਼ਨਰੀ ਮੂਵਮੈਂਟਸ ਬਾਰੇ ਪੜੋ, ਠੀਕ ਹੈ। ਤੇ ਕਿਉਂਕਿ ਤੁਹਾਨੂੰ ਫੋਕਸ ਜਿਹੜਾ ਰੱਖਣਾ ਹੈ ਉਹ ਜ਼ਿਆਦਾ ਫੋਕਸ ਤੁਸੀਂ ਰੱਖੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਣਨ ਤੋਂ ਬਾਅਦ ਵਾਲੇ ਇਵੈਂਟਸ ਤੇ। ਉਸ ਤੋਂ ਪਹਿਲਾਂ ਵਾਲੇ ਫਿਗਰਸ ਤੁਸੀਂ ਫੇਰ ਵੀ ਥੋੜਾ ਸਕਿਪ ਕਰ ਸਕਦੇ ਹੋ, ਬਾਅਦ ਵਾਲਿਆਂ ਨੂੰ ਤੁਸੀਂ ਜ਼ਿਆਦਾ ਫੋਕਸ ਕਰਨਾ ਹੀ ਕਰਨਾ। ਨੈਕਸਟ, the first winter olympics were held in 1924 in which of the following countries? ਹਾਂਜੀ, ਫਰਸਟ ਵਿੰਟਰ 올림픽ਸ ਦੀ ਗੱਲ ਹੋ ਰਹੀ ਹੈ ਆਪਣੀ।
ਕਿੱਥੇ ਹੋਏ ਸੀਗੇ? ਅਗੇਨ ਫਸਟ ਦੇਖੋ, ਜਦੋਂ ਆਪਾਂ ਜੀਕੇ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਸਿਲੇਬਸ ਦੇ ਵਿੱਚ ਤੁਹਾਡਾ ਮੈਂਸ਼ਨਡ ਹੈ ਸਪੋਰਟਸ। ਤਾਂ ਸਪੋਰਟਸ ਵਾਲੀ ਕੈਟਾਗਰੀ ਵਿੱਚ ਤੁਸੀਂ ਜਦੋਂ ਫਸਟ ਆ ਪਾਰਟ ਪੜ੍ਹਦੇ ਹੋ ਤਾਂ ਤੁਸੀਂ ਫਸਟ ਵਿੰਟਰ 올림픽ਸ ਵੀ ਪੜ੍ਹਦੇ ਹੋ। ਇਹ ਕਿੱਥੇ ਹੋਏ ਸੀਗੇ? ਇਹ ਹੋਏ ਸੀਗੇ ਜੀ ਫਰਾਂਸ ਦੇ ਵਿੱਚ ਹੋਏ ਸੀਗੇ। ਤਾਂ ਇਹ ਆਨਸਰ ਇਜ਼ ਦੀ ਰਾਈਟ ਆਨਸਰ ਇਨ ਦਿਸ ਕੇਸ, ਰਾਈਟ। ਸੋ ਇਹ ਵੀ ਇੱਕ ਫੈਕਚੁਅਲ ਕੁਐਸਚਨ ਹੀ ਸੀਗਾ, ਬਟ ਇਹ ਇੱਕ ਈਜ਼ੀ ਟੂ ਮੀਡੀਅਮ ਕੈਟਾਗਰੀ ਦਾ ਸੀਗਾ, ਕਿਉਂਕਿ ਮੈਂ ਐਕਸਪੈਕਟ ਕਰਦਾ ਕਿ ਤੁਸੀਂ ਜੀਕੇ ਦਾ ਸਿਲੇਬਸ ਕਵਰ ਕਰ ਰਹੇ ਹੋ ਤਾਂ ਇਹਨਾਂ ਨੂੰ ਤੁਸੀਂ ਕਵਰ ਕਰ ਹੀ ਰਹੇ ਹੋਗੇ। ਨੈਕਸਟ, ਐਸ਼ਨੋਵਰ ਟਰਾਫੀ ਦੀ ਗੱਲ ਹੋ ਰਹੀ ਹੈ ਜੀ। ਇਹ ਬਾਈਨੀਅਲ ਚੈਂਪੀਅਨਸ਼ਿਪ ਹੈ, ਕਿਹੜੇ ਸਪੋਰਟਸ ਨਾਲ ਐਸੋਸੀਏਟਿਡ ਹੈ? ਦੀ ਆਨਸਰ ਇਜ਼ ਗੋਲਫ। ਗੋਲਫ ਨਾਲ ਐਸੋਸੀਏਟਿਡ ਹੈ ਤੁਹਾਡੀ ਐਸ਼ਨੋਵਰ ਟਰਾਫੀ। ਹੁਣ ਗੋਲਫ ਹੋ ਗਿਆ, ਕੋਈ ਲੈਟਸ ਸੇ ਟੈਨਿਸ ਦੇ ਟੂਰਨਾਮੈਂਟ ਹੋ ਗਏ, ਠੀਕ ਹੈ। ਇਨਫੈਕਟ ਚੈਸ ਦੇ ਟੂਰਨਾਮੈਂਟ ਬਹੁਤ ਇੰਪੋਰਟੈਂਟ ਹੋ ਜਾਣਗੇ ਇਸ ਵਾਰ ਦੇ ਪੇਪਰ ਵਾਸਤੇ, ਕਿਉਂਕਿ ਇੰਡੀਆ ਨੇ ਪਿਛਲੇ 1 ਸਾਲ ਦੇ ਵਿੱਚ ਚੈਸ ਦੇ ਵਿੱਚ ਬਹੁਤ ਅੱਛਾ ਪਰਫਾਰਮੈਂਸ ਦਿੱਤਾ ਹੈ, ਠੀਕ ਹੈ। ਆਪਣੇ ਜਿਹੜੇ ਇੱਥੋਂ ਦੇ ਪਲੇਅਰਸ ਰਹੇ ਹੈ ਤਾਂ ਉਹਨਾਂ ਨੇ ਬਹੁਤ ਅੱਛਾ ਪਰਫਾਰਮ ਕੀਤਾ, ਤਾਂ ਕੋਈ ਨਾ ਕੋਈ ਤੁਸੀਂ ਘੱਟੋ ਘੱਟ ਇੱਕ ਕੁਐਸਚਨ ਤਾਂ ਦੋ ਵੀ ਆ ਸਕਦੇ। ਇਨਫੈਕਟ ਆਈ ਐਮ ਸੇਇੰਗ ਦਿਸ ਕਿ ਦੋ ਕੁਐਸਚਨ ਤੁਸੀਂ ਐਕਸਪੈਕਟ ਕਰ ਸਕਦੇ ਹੋ ਚੈਸ ਦੇ ਨਾਲ, ਸਪੋਰਟਸ ਦੇ ਨਾਲ ਲਿੰਕ ਹੋ ਕੇ, ਤਾਂ ਉਸਨੂੰ ਅੱਛੇ ਤਰੀਕੇ ਨਾਲ ਤੁਸੀਂ ਤਿਆਰ ਕਰੋ। चलिए, who were the members of the Indian trio that secured the gold medal in women's 25-meter pistol team event at the recent Asian Games held in Hangzhou, China? ਮਨੂ ਭਾਕਰ ਦਾ ਤੁਸੀਂ ਨਾਮ ਬਹੁਤ ਸੁਣਿਆ ਹੋਣਾ। ਮਨੂ ਭਾਕਰ ਦੇ ਨਾਲ ਈਸ਼ਾ ਸਿੰਘ ਸੀਗੀ ਤੇ ਰਿਦਮ ਸੰਗਵਾਨ ਸੀਗੀਆਂ, ਜਿਨ੍ਹਾਂ ਨੇ 골ਡ ਮੈਡਲ ਜਿੱਤਿਆ ਸੀਗਾ ਏਸ਼ੀਅਨ ਗੇਮਸ ਦੇ ਵਿੱਚ। ਸੋ ਇਹ ਕਰੰਟ ਨਾਲ ਲਿੰਕ ਕੁਐਸਚਨ ਆਇਆ ਸੀਗਾ। ਅਗੇਨ ਇਟ ਵਾਸ ਵੈਰੀ ਸਿੰਪਲ ਕੁਐਸਚਨ। ਆਲਰਾਈਟ, next question, which of the following won the Oscar for best feature animated film? Animated film ਦੀ ਗੱਲ ਹੋ ਰਹੀ ਹੈ ਜੀ, held on 13 March 2023। ਹੁਣ ਦੇਖੋ, ਅਗੇਨ ਅਵਾਰਡਸ ਦੀ ਗੱਲ ਕਰਦੇ ਹਾਂ, ਅਵਾਰਡਸ ਐਂਡ ਆਨਰਸ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਕੁਝ ਤੁਹਾਡੇ ਜਿਹੜੇ ਇੰਟਰਨੈਸ਼ਨਲ ਅਵਾਰਡਸ ਨੇ ਬਹੁਤ ਇੰਪੋਰਟੈਂਟ ਹੋ ਜਾਂਦੇ। ਫॉर एग्जांपल ਆਸਕਰ ਇੰਪੋਰਟੈਂਟ ਹੋ ਗਿਆ, ਗ੍ਰੈਮੀ ਇੰਪੋਰਟੈਂਟ ਹੋ ਗਿਆ, ਠੀਕ ਹੈ। ਇੰਡੀਆ ਦੇ ਲੈਵਲ ਤੇ ਥੋੜੇ ਜਿਹੜੇ ਨੈਸ਼ਨਲ ਅਵਾਰਡਸ ਨੇ ਸਪੈਸ਼ਲੀ ਰਿਲੇਟਡ ਟੂ ਸਿਨੇਮਾ, ਉਹ ਇੰਪੋਰਟੈਂਟ ਹੋ ਜਾਣਗੇ। ਪਹਿਲਾਂ 20 ਕੁਐਸਚਨ ਪੁੱਛੇ ਗਏ ਆ, ਹੁਣ 20 ਦੁਬਾਰਾ ਪੁੱਛੇ ਜਾਣਗੇ, ਤਾਂ ਇੰਪੋਰਟੈਂਟ ਥੀਮ ਹੈ, ਇਹਨੂੰ ਸਟਾਰ ਮਾਰਕ ਕਰਕੇ ਰੱਖ ਲਓ ਆਪਣੇ ਕੋਲ। C is the right answer in this case, factual statement ਹੈ ਜੀ ਇਹ। ਗੁਲਰਮੋ ਡੈਲ ਟੋਰੋ ਪਿਨੋਸ਼ੀਓ, ਇਟ ਵਾਸ ਐਨ ਐਨੀਮੇਟਡ ਫਿਲਮ। ਐਨੀਮੇਟਡ ਫਿਲਮ ਦੀ ਗੱਲ ਕਰ ਰਹੇ ਹਾਂ, ਇੱਕ ਤਾਂ ਨਾਰਮਲ ਫੀਚਰ ਫਿਲਮ ਹੋਗੀ, ਠੀਕ ਹੈ, ਜੋ ਤੁਹਾਡੀ ਤੁਸੀਂ ਨਾਰਮਲ ਸਿਨੇਮਾ 'ਚ ਦੇਖਦੇ ਹੋ। ਉਸ ਤੋਂ ਇਲਾਵਾ ਤੁਹਾਨੂੰ ਐਨੀਮੇਟਡ ਫਿਲਮ ਦੀ ਡਾਕੂਮੈਂਟਰੀ ਤੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ, ਬੈਸਟ ਐਕਟਰ ਤੇ ਪੁੱਛਿਆ ਜਾ ਸਕਦਾ ਹੈ, ਐਕਟਰੈਸ ਤੇ ਪੁੱਛਿਆ ਜਾ ਸਕਦਾ ਹੈ, ਫਿਰ ਡਾਇਰੈਕਟਰ ਤੇ ਪੁੱਛਿਆ ਜਾ ਸਕਦਾ ਹੈ, ਠੀਕ ਹੈ। ਤਾਂ ਇਹ ਤੁਸੀਂ ਇੱਕ ਵਾਰ ਲਿਸਟ ਬਣਾ ਲੈਣਾ, ਇਹ ਇੰਪੋਰਟੈਂਟ ਹੋਣਗੇ। ਇਸ ਤੋਂ ਇਲਾਵਾ ਤੁਹਾਡੇ ਨੋਬਲ ਪ੍ਰਾਈਜ਼ਸ ਜਿਹੜੇ ਇਸ ਵਾਰ ਦਿੱਤੇ ਗਏ ਆ, ਉਹ ਸਾਰੇ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਜੀ। ਕਿਹੜੇ ਇਨਸਾਨ ਨੂੰ, ਕਿਹੜੇ ਲਾਰੇਟ ਨੂੰ, ਕਿਹੜੀ ਫੀਲਡ ਵਾਸਤੇ ਉਹਦਾ ਨੋਬਲ ਪ੍ਰਾਈਜ਼ ਮਿਲਿਆ, ਇਹ ਸਾਰੀਆਂ ਗੱਲਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ। ਇਹ ਇੰਪੋਰਟੈਂਟ ਨੇ, ਇਹ ਇੰਪੋਰਟੈਂਟ ਥੀਮ ਹੈ, ਰਿਪੀਟ ਹੁੰਦੇ ਆ ਇਸ ਤੋਂ ਸਵਾਲ ਬਾਰ-ਬਾਰ ਬਾਰ-ਬਾਰ। ਹਾਂਜੀ, ਆ ਦੇਖੋ ਅਗਲਾ ਕੁਐਸਚਨ। ਐਟ ਦ 69th edition of National Film Award ceremony, the prestigious Dada Saheb Phalke Award was conferred on which Bollywood actor? ਕਿਹੜੇ ਐਕਟਰ ਨੂੰ ਮਿਲਿਆ ਸੀਗਾ ਜੀ? ਵਹੀਦਾ ਰਹਿਮਾਨ ਜੀ ਗੱਲ ਹੋ ਰਹੀ ਹੈ ਜੀ, ਵਹੀਦਾ ਰਹਿਮਾਨ ਜੀ ਨੂੰ ਮਿਲਿਆ ਸੀਗਾ ਦਾਦਾ ਸਾਹਿਬ ਫਾਲਕੇ ਅਵਾਰਡ ਇੰਡੀਆ ਦੇ ਨੈਸ਼ਨਲ ਫਿਲਮ ਅਵਾਰਡਸ ਦੀ ਸੈਰੇਮਨੀ ਦੇ ਵਿੱਚ। ਤਾਂ ਇਸ ਵਾਰ ਵੀ ਨੈਸ਼ਨਲ ਫਿਲਮ ਅਵਾਰਡ ਹੋਏ ਆ, ਠੀਕ ਹੈ। ਕਮੈਂਟ ਸੈਕਸ਼ਨ ਵਿੱਚ ਦੱਸੋ ਕਿ ਬੈਸਟ ਐਕਟਰ ਕਿਹਨਾਂ ਕਿਹਨਾਂ ਨੂੰ ਮਿਲਿਆ ਸੀਗਾ ਤੇ ਬੈਸਟ ਮੂਵੀ ਕਿਹੜੀ ਰਹੀ ਹੈ ਇਸ ਵਾਰ ਦੀ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਯਾਦ ਕਰਨਾ ਹੈ, ਤੇ ਕਿਉਂਕਿ ਇਸ ਤੋਂ ਕੁਐਸਚਨ ਪੁੱਛੇ ਜਾ ਸਕਦੇ। ਨੈਕਸਟ, ਵਿਚ ਨੋਵਲ ਇਜ਼ ਨਾਟ created and written by Charles Dickens? Now this was a difficult question to be very honest, ਠੀਕ ਹੈ। ਤੁਸੀਂ ਕਿੰਨਾ ਹੀ ਯਾਦ ਕਰਕੇ ਰੱਖ ਸਕਦੇ ਹੋ ਕਿ ਉਹਨਾਂ ਨੇ ਪੁੱਛਿਆ ਕਿ ਨਾਟ ਕ੍ਰੀਏਟਡ ਪੁੱਛਿਆ, ਤਾਂ ਚਾਰਲਸ ਡਿਕਨਸ ਦੀ ਨੋਵਲਸ ਹੋਣਗੀਆਂ, ਕਿਸੇ ਨੇ ਪੜ੍ਹੀਆਂ ਕਿਸੇ ਨੇ ਨਹੀਂ ਪੜ੍ਹੀ, ਬਟ ਇਹ ਇੱਕ ਡਿਫਿਕਲਟ ਕੁਐਸਚਨ ਸੀ। ਪਹਿਲਾ ਸਟੇਟਮੈਂਟ ਹੈ ਗ੍ਰੇਟ ਐਕਸਪੈਕਟੇਸ਼ਨਸ, ਦੈਨ ਹਾਰਡ ਟਾਈਮਸ, ਦੈਨ ਲਿਟਲ ਡੋਰਿਟ। ਗ੍ਰੇਟ ਐਕਸਪੈਕਟੇਸ਼ਨਸ ਇਹਨਾਂ ਨੇ ਲਿਖੀ ਹੈ ਜੀ, ਹਾਰਡ ਟਾਈਮਸ ਇਹਨਾਂ ਨੇ ਲਿਖੀ ਹੈ, ਲਿਟਲ ਡੋਰਿਟ ਵੀ ਲਿਖੀ ਹੈ। ਵੈਨਿਟੀ ਫੇਅਰ ਜਿਹੜੀ ਹੈਗੀ ਹੈ ਉਹ ਇਹਨਾਂ ਨੇ ਨਹੀਂ ਲਿਖੀ। ਸੋ ਇਟ ਵਾਸ ਅ ਡਿਫਿਕਲਟ ਕੁਐਸਚਨ ਇਨ ਮਾਈ। ਨੈਕਸਟ, ਜੀਓਗ੍ਰਾਫੀ ਨਾਲ ਲਿੰਕ ਕੁਐਸਚਨ ਆਇਆ ਜੀ, ਮੈਪ ਬੇਸਡ ਕੁਐਸਚਨ ਪੁੱਛਿਆ ਗਿਆ। ਕਿਸੇ ਸੀ ਦੀ ਗੱਲ ਹੋ ਰਹੀ ਹੈ, ਇਟ ਇਜ਼ ਬਾਉਂਡਡ ਬਾਈ ਕਜ਼ਾਕਿਸਤਾਨ ਟੂ ਦ ਨਾਰਥ ਈਸਟ, ਰਸ਼ੀਆ to the northwest, Azerbaijan to the southwest, Iran to the south and Turkmenistan to the southeast। यानी कि उरे रशिया की गल हो रही है, कजाकिस्तान की गल हो रही है, रशिया की गल हो रही है, अजरबाईजान की गल हो रही है,
ईरान की गल हो रही है, तुर्कमेनिस्तान की गल हो रही है। एक कोई वाटर बॉडी है, सी है, जिहदे सराउंडिंग विच आ सारे नेशन आ गए। ठीक है, कजाकिस्तान नॉर्थ ईस्ट ते बनाता इन्होंने, रशिया नॉर्थ वेस्ट ते बनाता इन्होंने, अजरबाईजान साउथ वेस्ट ते बनाता, ईरान साउथ ते बनाता है, तुर्कमेनिस्तान साउथ ईस्ट ते बनाता। कहते आहा इस वाटर बॉडी बारे दसो किहड़ी वाटर बॉडी है। देखो, ਜਦੋਂ ਆਪਾਂ ਜੀਓਗ੍ਰਾਫੀ ਦੀ ਮੈਪਿੰਗ ਕਰਦੇ ਹਾਂ ਤਾਂ ਮੈਂ ਬੱਚਿਆਂ ਨੂੰ ਇੱਥੇ ਨਿਮੋਨਿਕਸ ਕਰਾਣੇ ਸ਼ੁਰੂ ਕਰਦਾ, ਬੱਚੇ ਭੁੱਲਣ ਨਾ। ਆਪਾਂ ਇਹ ਜਿਹੜੀ ਵਾਟਰ ਬੋਡੀ ਦਾ ਨਾਮ ਹੈ ਕੈਸਪੀਅਨ ਸੀ। ਕੈਸਪੀਅਨ ਸੀ, ਸਿੰਪਲ ਜੀ ਗੱਲ ਹੈ। ਇਸ ਵਾਰ ਇਹਨਾਂ ਨੇ ਉਲਟਾ ਕੁਐਸਚਨ ਪੁੱਛਿਆ। ਅਗਲੀ ਵਾਰੀ ਇਹ ਪੁੱਛ ਸਕਦੇ ਆ ਕਿ ਕੈਸਪੀਅਨ ਸੀ ਦੇ ਅਰਾਊਂਡ ਕਿਹੜੇ ਕਿਹੜੇ ਕੰਟਰੀਜ਼ ਨੇ ਜਿਹੜੇ ਬਾਰਡਰ ਸ਼ੇਅਰ ਕਰਦੇ ਆ। ਸਿੰਪਲ ਜੀ ਗੱਲ, ਇਹ ਵੀ ਪੁੱਛਿਆ ਜਾ ਸਕਦਾ। ਤਾਂ ਤੁਹਾਨੂੰ ਨਿਮੋਨਿਕਸ ਜੇ ਤੁਹਾਨੂੰ ਯਾਦ ਰਹਿਣਗੇ ਤਾਂ ਤੁਸੀਂ ਈਜ਼ੀਲੀ ਇਸ ਚੀਜ਼ ਨੂੰ ਟੈਕਲ ਕਰ ਪਾਓਗੇ। ਫੋਰ ਐਗਜ਼ਾਮਪਲ ਨਿਮੋਨਿਕ ਕੀ ਹੈ ਜੀ? ਨਿਮੋਨਿਕ ਹੈਗਾ ਕੀਰਤ। ਆ ਲਓ, ਨਾਮ ਵੀ ਬਹੁਤ ਸੋਹਣਾ ਹੈ, ਕੀਰਤ, याद भी हो जाते। या कोई बच्चा कहे तारीख, तारीख कर लो यार। ठीक है, के तो कजाकिस्तान, आई तो ईरान, आर तो रशिया, ए तो अजरबैजान, टी तो तुर्कमेनिस्तान। खत्म, कैस्पियन सी इज दी राइट आंसर इन दिस केस। चलिए कि तो इस बार की मैं गल करा, इस बार की गल करा जे मैं, इस बार रेड सी बहुत इंपॉर्टेंट है। ਰੈੱਡ ਸੀ ਦੇ ਬਾਰਡਰਿੰਗ ਕੰਟਰੀਜ਼ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਜ਼ਰਾਈਲ ਦੇ ਨਾਲ ਜਦੋਂ ਦੀ ਪੈਲਸਟੀਨ ਦੀ ਕਨਫਲਿਕਟ ਚੱਲ ਰਹੀ ਹੈ ਤਾਂ ਉਹ ਰੈੱਡ ਸੀ ਵਾਲਾ ਪਾਰਟ ਜਿਹੜਾ ਬਹੁਤ ਇੰਪੋਰਟੈਂਟ ਹੋ ਚੁੱਕਾ ਹੈ। ਮੈਡੀਟੇਰੇਨੀਅਨ ਬਹੁਤ ਇੰਪੋਰਟੈਂਟ ਹੈ ਇਸ ਬਾਰ। ਠੀਕ ਹੈ, ਗਲਫ ਆਫ ਅਕਾਬਾ ਬਹੁਤ ਇੰਪੋਰਟੈਂਟ ਹੈ ਇਸ ਬਾਰ। ਇਹ ਉਹ ਸਾਰੀ ਚੀਜ਼ਾਂ ਹੈ ਜੋ ਨਿਊਜ਼ 'ਚ ਰਹੀਆਂ ਤੇ ਉੱਥੋਂ ਕੁਐਸਚਨ ਇਸ ਵਾਰ ਆਉਣ ਦੇ ਚਾਂਸਸ ਬਹੁਤ ਹਾਈ ਨੇ। ਹਾਂਜੀ, ਵਿਚ one of the following is the westernmost island of the Indonesia? Answer is Sumatra. Sumatra is the right answer in this case. Which of the following is the westernmost island of Indonesia? Sumatra. ਇਹ ਇੱਕ ਸਟੈਟਿਕ ਕੁਐਸਚਨ ਸੀਗਾ, ਮੋਡਰੇਟ ਤੋਂ ਡਿਫਿਕਲਟ ਕੈਟਾਗਰੀ ਸੀਗਾ, ਕਿਉਂਕਿ ਜਿਹੜੇ ਵਨ ਡੇ ਐਗਜ਼ਾਮ ਹੁੰਦੇ ਆ ਇਹਨਾਂ ਵਿੱਚ ਬਹੁਤ ਬਾਰੇ ਕੁਐਸਚਨ ਰਿਪੀਟ ਹੋਇਆ। ਇੰਡੋਨੇਸ਼ੀਆ ਐਜ਼ ਐਨ ਆਈਲੈਂਡ ਤੇ ਪੁੱਛਿਆ ਗਿਆ ਕਿ ਹਾਂ ਕਿਹੜੇ ਕਿਹੜੇ ਇਹਨੇ ਆਈਲੈਂਡ ਗਰੁੱਪਸ ਨੇ। ਠੀਕ ਹੈ, ਕਿਹੜੇ ਕਿਹੜੇ ਪ੍ਰੋਵਿੰਸ ਨੇ, ਉਹਨਾਂ ਦਾ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ। ਤਾਂ ਫਿਰ ਵੀ ਆਈ ਵੁੱਡ ਸੇ ਕਿ ਮੀਡੀਅਮ ਤੋਂ ਡਿਫਿਕਲਟੀ ਲੈਵਲ ਦਾ ਇਹਦਾ ਸੀਗਾ। ਤਾਂ ਦੀ ਆਂਸਰ ਇਜ਼ ਸੁਮਾਤਰਾ। ਨੈਕਸਟ, ਹਾਂਜੀ, which of the following mountains of Indian Andaman and Nicobar Islands has been rechristened as Mount Manipur? ਨਾਮ ਬਦਲ ਕੇ ਮਾਊਂਟ ਮਨੀਪੁਰ ਰੱਖਿਆ ਗਿਆ ਅੰਡੇਮਾਨ ਐਂਡ ਨਿਕੋਬਰ ਆਈਲੈਂਡ ਦੇ ਕਿਹੜੇ ਆਈਲੈਂਡ ਗਰੁੱਪ ਦਾ? ਸੈਡਲ ਪੀਕ, ਮਾਊਂਟ ਹੈਰੀਅਟ, ਮਾਊਂਟ ਥ੍ਰਿਲਰ, ਮਾਊਂਟ ਦਿਓਬਨ। ਦੀ ਆਂਸਰ ਇਜ਼ ਮਾਊਂਟ ਹੈਰੀਅਟ। ਮਾਊਂਟ ਹੈਰੀਅਟ ਇਜ਼ ਦੀ ਰਾਈਟ ਆਂਸਰ, ਜਿਹਦਾ ਨਾਮ ਮਾਊਂਟ ਮਨੀਪੁਰ ਉਰੇ ਰੱਖਿਆ ਗਿਆ। Name the river which was famous as Purushni in the ancient times. ਇਹ ancient history ਨਾਲ ਲਿੰਕ ਕਰਕੇ ਕੁਐਸਚਨ ਪੁੱਛਿਆ ਗਿਆ। ਠੀਕ ਹੈ, ਜ਼ਿਆਦਾ ਕੁਐਸਚਨ ancient history ਤੋਂ ਨਹੀਂ ਪੁੱਛੇ ਜਾਂਦੇ, ਬਟ ਇੱਕਾ ਦੁੱਕਾ ਕੁਐਸਚਨ ਆ ਜਾਂਦੇ ਆ। ਠੀਕ, ਤੋ ਉਰੇ ਪੁਰੂਸ਼ਨੀ ਰਿਵਰ ਦੀ ਗੱਲ ਹੋਈ ਹੈ ਕਿ ਜਦੋਂ ਆਪਾਂ ਗੱਲ ਕਰ ਰਹੇ ਹਾਂ ਇੰਡਸ ਵੈਲੀ ਟਾਈਮ ਦੀ, ਉਸ ਤੋਂ ਪਹਿਲਾਂ ਦੀ ਗੱਲ ਕਰੀਏ, ਠੀਕ ਹੈ, ਵੈਦਿਕ ਟਾਈਮ ਦੀ ਗੱਲ ਕਰੀਏ, ਤਾਂ ਉਰੇ ਅਲੱਗ-ਅਲੱਗ ਨਾਮਾਂ ਨਾਲ ਜਿਹੜੀ ਅੱਜ ਦੀ ਰਿਵਰ ਸਟੱਡੀ ਹੈਗੀਆਂ ਐਂਸ਼ੀਅੰਟ ਟਾਈਮਸ ਦੇ ਵਿੱਚ, ਉਹਨਾਂ ਨੂੰ ਅਲੱਗ-ਅਲੱਗ ਨਾਮਾਂ ਨਾਲ ਜਾਣਿਆ ਜਾਂਦਾ ਸੀਗਾ। ਠੀਕ ਹੈ, ਤਾਂ ਪੁਰੂਸ਼ਨੀ ਰਿਵਰ ਕਿਹੜੀ ਰਿਵਰ ਹੈ ਅੱਜ ਦੀ ਜਿਹੜੀ ਪੰਜਾਬ ਦੀ ਫਲੋ ਕਰ ਰਹੀ ਹੈ, ਉਹਨੂੰ ਜਾਣਿਆ ਜਾਂਦਾ ਸੀਗਾ। ਤਾਂ ਪੁਰੂਸ਼ਨੀ ਦਾ ਆਂਸਰ ਹੈਗਾ ਜੀ ਰਾਵੀ, ਰਿਵਰ ਰਾਵੀ। ਰਿਵਰ ਰਾਵੀ ਦਾ ਪੁਰਾਣਾ ਨਾਮ ਹੈ ਰਿਵਰ ਪੁਰੂਸ਼ਨੀ। ਠੀਕ ਹੈ ਜੀ, ਤੋ ਨੈਕਸਟ ਚੱਲਦੇ ਆਪਾਂ ਇਸ ਤੋਂ ਬਾਅਦ। Which of the following was a ruler of Delhi Sultanate who stayed in Bathinda? ਕਿਹੜੀ ਦਿੱਲੀ ਸਲਤਨਤ ਦੇ ਰੂਲਰ ਸੀਗੇ ਜੇ ਬਠਿੰਡਾ ਦੇ ਵਿੱਚ ਰੁਕੇ ਸੀਗੇ? ਦੀ ਆਂਸਰ ਇਜ਼ ਰਜ਼ੀਆ ਸੁਲਤਾਨ। ਰਜ਼ੀਆ ਸੁਲਤਾਨ ਇਕਲੌਤੀ ਦਿੱਲੀ ਸਲਤਨਤ ਦੀ ਜੋ ਰੂਲਰ ਸੀ ਜੋ ਇੱਕ ਫੀਮੇਲ ਵੀ ਸੀਗੀ। ਠੀਕ ਹੈ, ਉਸ ਤੋਂ ਇਲਾਵਾ ਉਸ ਤੋਂ ਪਹਿਲਾਂ ਜਿੰਨੇ ਵੀ ਸੀਗੇ ਸਾਰੇ ਮੇਲ ਰਹੇ ਹੈ। ਇਕਲੌਤੀ ਫੀਮੇਲ ਰੂਲਰ ਰਹੀ ਸੀਗੀ ਰਜ਼ੀਆ ਸੁਲਤਾਨ, ਤੇ ਉਹ ਬਠਿੰਡਾ ਵਿੱਚ ਵੀ ਸਟੇ ਕਰਕੇ ਗਈ ਸੀਗੀ। ਕਿਲਾ ਮੁਬਾਰਕ ਵੀ ਉੱਥੇ ਬਣਿਆ ਹੋਇਆ ਅੱਜ ਦੇ ਟਾਈਮ ਤੇ ਰਜ਼ੀਆ ਸੁਲਤਾਨ ਇਨ ਦਿਸ ਕੇਸ ਇਜ਼ ਦੀ ਰਾਈਟ ਆਂਸਰ। ਸੋ ਵੀ ਬਿਲੀਵ ਕਿ ਅੱਜ ਦਾ ਜਿਹੜਾ ਸੈਸ਼ਨ ਸੀਗਾ ਤੁਹਾਡੇ ਵਾਸਤੇ ਹੈਲਪਫੁਲ ਰਿਹਾ ਹੋਊਗਾ, ਤੇ ਆਪਾਂ ਇਸ ਸੀਰੀਜ਼ ਨੂੰ ਕੰਟੀਨਿਊ ਕਰਾਂਗੇ। ਬਾਕੀ ਜਿਹੜੇ ਪੇਪਰ ਆ ਰਹੇ ਹੈ ਉਹਨਾਂ ਸਾਰਿਆਂ ਦੇ ਆਪਾਂ ਪੀਵਾਈਕਿਊਸ ਨੂੰ ਇੱਕ ਇੱਕ ਕਰਕੇ ਡਿਸਕਸ ਕਰਨਾ ਸ਼ੁਰੂ ਕਰਦੇ ਹਾਂ, ਤਾਂ ਕਿ ਤੁਹਾਡੀ ਵੀ ਪ੍ਰੈਕਟਿਸ ਹੁੰਦੀ ਰਹੇ ਤੇ ਤੁਹਾਨੂੰ ਵੀ ਪਤਾ ਲੱਗਦਾ ਰਹੇ ਕਿ ਇਸ ਟਾਈਪ ਦੇ ਕੁਐਸਚਨ ਆਉਂਦੇ ਆ ਤੇ ਇਸ ਟਾਈਪ ਨਾਲ ਆਪਾਂ ਉਹਨਾਂ ਨੂੰ ਸੋਲਵ ਕਰਨਾ ਹੁੰਦਾ। ਥੈਂਕ ਯੂ ਵੈਰੀ ਮਚ ਐਂਡ ਚੜ੍ਹਦੀ ਕਲਾ ਚ ਰਹੋ, ਪ੍ਰੈਕਟਿਸ ਕਰਦੇ ਰਹੋ। ਥੈਂਕ ਯੂ।